ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਅੱਜ ਇੱਕ ਵਾਰ ਫੇਰ ਮੇਰੇ ਨਾਲ ਸਾਰੀ ਪਾਰਟੀਆਂ ਦੇ ਰਿਪਰੈਜ਼ੈਂਟੇਟਿਵਸ ਮੌਜੂਦ ਨੇ। ਅੱਜ ਗੱਲ ਕਰਾਂਗੇ ਜਿੰਨੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਕੈਂਡੀਡੇਟ ਸਾਡੇ ਪਾਰਟੀਆਂ ਹਮੇਸ਼ਾ ਤੋਂ ਫੀਲਡ ਕਰਦੀਆਂ ਰਹੀਆਂ ਨੇ ਤੇ ਇੱਕ ਵੀ ਪਾਰਟੀ ਜਿਹੜੀ ਇਸ ਵਾਰ ਖੜੀ ਹੈ ਉਹ ਕੋਈ ਵੀ ਮੋਰਲ ਹਾਈ ਗਰਾਊਂਡ ਕਲੇਮ ਨਹੀਂ ਕਰ ਸਕਦੀ, ਕਿਉਂਕਿ ਸਾਰੀ ਹੀ ਪਾਰਟੀਆਂ 'ਚ ਇਹੋ ਜਿਹੇ ਕੈਂਡੀਡੇਟ ਸ਼ਾਮਿਲ ਨੇ ਜਿਨ੍ਹਾਂ ਨੂੰ ਟਿਕਟ ਮਿਲ ਚੁੱਕੀ ਹੈ ਤੇ ਕ੍ਰਿਮੀਨਲ ਕੇਸਿਸ ਉਹਨਾਂ ਦੇ ਖਿਲਾਫ ਪੈਂਡਿੰਗ ਨੇ। ਸੋ ਇਹ ਪੂਰੀ ਗੱਲਬਾਤ ਸ਼ੁਰੂ ਕਰਾਂਗੇ ਕਿਉਂਕਿ ਇਸ ਤੇ ਹੁਣ ਸਿਆਸਤ ਬਹੁਤ ਹੋ ਰਹੀ ਹੈ। ਚਾਹੇ ਕਾਂਗਰਸ ਦੇ ਸੁਖਪਾਲ ਖਹਿਰਾ ਦੀ ਗੱਲ ਕਰ ਲਈਏ, ਚਾਹੇ SSM ਦੇ ਲੱਖਾ ਸਿਧਾਣਾ ਦੀ ਗੱਲ ਕਰ ਲਈਏ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਕਰ ਲਈਏ, ਕੋਈ ਵੀ ਇਹੋ ਜਿਹੀ ਪਾਰਟੀ ਨਹੀਂ ਹੈ ਜਿਹਦੇ 'ਚ ਕੈਂਡੀਡੇਟਸ ਉਹ ਨਹੀਂ ਹੈ ਜਿਨ੍ਹਾਂ ਦਾ ਕ੍ਰਿਮੀਨਲ ਬੈਕਗਰਾਉਂਡ ਨਾ ਹੋਵੇ। ਬਿਲਕੁਲ ਦੋ ਪਾਰਟੀਆਂ ਦੇ ਮੈਂ ਨਾਮ ਨਹੀਂ ਵੀ ਲਏ ਹੈ, ਲੇਕਿਨ ਉਹਨਾਂ 'ਚ ਵੀ ਕੈਂਡੀਡੇਟ ਸ਼ਾਮਿਲ ਨੇ। ਆਮ ਆਦਮੀ ਪਾਰਟੀ ਨੇ ਖੁਦ ਹੀ ਇੱਕ ਲਿਸਟ ਜਾਰੀ ਕੀਤੀ ਹੈ ਜਿਸ 'ਚੋਂ 32 ਕੈਂਡੀਡੇਟਸ 115 ਦੀ ਜਿਹੜੀ ਲਿਸਟ ਹੁਣ ਤੱਕ ਸ਼ਾਮਿਲ ਹੋਈ ਹੈ ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਨੇ। ਤੇ BJP ਨੇ ਈਵਨ ਜਿਹੜੇ ਦੂਸਰੀ ਪਾਰਟੀਜ਼ ਦੇ ਕੈਂਡੀਡੇਟ ਸ਼ਾਮਿਲ ਹੋਏ ਨੇ ਉਹਨਾਂ ਦੇ ਪਾਰਟੀ 'ਚ ਉਹਨੂੰ ਟਿਕਟ ਦਿੱਤੀ, ਉਹਨਾਂ ਦੇ ਖਿਲਾਫ ਵੀ ਕ੍ਰਿਮੀਨਲ ਕੇਸਿਸ ਪੈਂਡਿੰਗ ਨੇ। ਸੋ ਸਾਰੀਆਂ ਹੀ ਜਿਵੇਂ ਕਿ ਮੈਂ ਕਿਹਾ ਇਸ ਦੇ ਤੋਂ ਬਚ ਨਹੀਂ ਸਕਦੀਆਂ। ਪਰ ਗੱਲ ਸ਼ੁਰੂ ਕਰਾਂਗੇ ਤੇ ਸ਼ੁਰੂਆਤ ਕਰਾਂਗੇ ਪਾਰਟੀ ਇਨ ਪਾਵਰ, ਕਿਉਂਕਿ ਕਾਂਗਰਸ ਇਸ ਵੇਲੇ ਹੈ। ਅਰਸ਼ਪ੍ਰੀਤ ਉਹਨਾਂ ਤੋਂ ਸਾਡੇ ਨਾਲ ਮੌਜੂਦ ਨੇ। ਅਰਸ਼ਪ੍ਰੀਤ, ਵੀ ਵਿਲ ਲਾਈਕ ਟੂ ਸਟਾਰਟ ਵਿਦ ਯੂ। ਕਈ ਕੈਂਡੀਡੇਟਸ ਨੇ ਤੇ ਹਮੇਸ਼ਾ ਤੋਂ ਹੀ ਰਹੇ ਨੇ ਕਾਂਗਰਸ ਦੇ ਜਿਨ੍ਹਾਂ ਦੇ ਖਿਲਾਫ ਕੇਸਿਸ ਚੱਲਦੇ ਰਹੇ ਨੇ। ਇਸ ਵਾਰ ਤਾਂ EC ਨੇ ਵੀ ਕਹਿਤਾ ਕਿ ਕਾਰਨ ਦੱਸੋ, ਤੁਸੀਂ ਇਹੋ ਜਿਹੇ ਕੈਂਡੀਡੇਟਸ ਨੂੰ ਟਿਕਟਸ ਕਿਉਂ ਦੇ ਰਹੇ ਹੋ? ਤੇ ਸੁਖਪਾਲ ਸਿੰਘ ਖਹਿਰਾ ਤੁਹਾਨੂੰ ਪਤਾ ਹੀ ਇਸ ਵੇਲੇ ਵੀ ਜੇਲ੍ਹ 'ਚ ਨੇ। ਅਰਸ਼ਪ੍ਰੀਤ ਦੇਖੋ, ਨੰਬਰ 1 ਪਹਿਲੀ ਗੱਲ ਤਾਂ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਕਰ ਇਨੋਸੈਂਟ ਆਰਟਲ ਪ੍ਰੂਵਨ ਗਿਲਟੀ ਜਿੰਨਾ ਜਿਹੜੇ ਕੋਰਟ 'ਚ ਪ੍ਰੂਵ ਨਹੀਂ ਹੁੰਦਾ ਫਿਰ ਬਗਾਰ ਨਹੀਂ ਹੁੰਦਾ। ਦੂਜੀ ਗੱਲ ਇਹ ਹੈ ਕਿ ਤੁਸੀਂ ਖਹਿਰਾ ਸਾਹਿਬ ਦੀ ਗੱਲ ਕੀਤੀ, ਆਪਾਂ ਦੇਖਿਆ ED ਦਾ ਇੱਕ ਪੈਟਰਨ ਹੈ। ਇਹਨਾਂ ਨੇ ਭੁਪੇਸ਼ ਬਘੇਲ ਨੂੰ ਟਾਰਗੇਟ ਕੀਤਾ, ਮਮਤਾ ਬੈਨਰਜੀ ਦੇ ਨੈਫਿਊ ਅਭਿਸ਼ੇਕ ਬੈਨਰਜੀ ਨੂੰ ਟਾਰਗੇਟ ਕੀਤਾ, ਇਹਨਾਂ ਨੇ MK ਸਟਾਲਿਨ ਦੀ ਬੇਟੀ ਨੂੰ ਟਾਰਗੇਟ ਕੀਤਾ, ਇਹਨਾਂ ਨੇ ਸ਼ਰਦ ਪਵਾਰ ਨੂੰ ਟਾਰਗੇਟ ਕੀਤਾ, ਅਰਵਿੰਦ ਚੰਨੀ ਸਾਹਿਬ ਨੇ ਜਾਣੇ ਕਿੰਨੇ ਲੀਡਰਸ ਨੂੰ ਬਿਫੋਰ ਇਲੈਕਸ਼ਨਸ ਕਰਦੇ ਆ, ਉਹਦੇ ਬਾਅਦ ਠੰਡੇ ਬਸਤੇ ਪੈ ਜਾਂਦਾ ਹੈ। ਖਹਿਰਾ ਸਾਹਿਬ ਨੂੰ ਸਿਰਫ ਔਰ ਸਿਰਫ ਬਿਕੋਜ਼ ਆਫ ਪੋਲੀਟੀਕਲ ਵੈਂਡੇਟਾ ਮਡਸਲਿੰਗਿੰਗ ਫਰੇਮ ਕੀਤਾ ਗਿਆ ਤੇ ਮੈਟਰ ਇਜ਼ ਸਬ ਜੁਡਿਸ, ਹੀ ਹੈਜ਼ ਨਾਟ ਬੀਨ ਕਨਵਿਕਟਡ, ਦੇਅਰਫੋਰ ਉਹਨਾਂ ਨੂੰ ਗਲਤ ਕਹਿਣਾ, ਦੋਸ਼ੀ ਕਰਾਰ ਕਰਨਾ ਅਮਾਉਂਟਸ ਟੂ ਡੈਫਾਮੇਸ਼ਨ। ਤੀਜੀ ਗੱਲ, ਕਾਂਗਰਸ ਪਾਰਟੀ ਦੇ ਜਿੰਨੇ ਕੈਂਡੀਡੇਟਸ ਨੇ ਸਾਡੇ ਪੈਰਾਮੀਟਰਸ ਉਸ ਦੇ ਬੇਸਿਸ ਤੇ ਟਿਕਟਸ ਮਿਲੀਆਂ। ਵਿਨੇਬਿਲਿਟੀ ਲਾਸਟ ਹੈ, ਸਭ ਤੋਂ ਪਹਿਲਾਂ ਮੈਰਿਟ ਹੈ। ਦੂਜਾ, ਉਹਨਾਂ ਦਾ ਯੋਗਦਾਨ ਕੀ ਰਿਹਾ ਸਮਾਜ ਦੇ ਵਿੱਚ, ਸੋਸ਼ਲ ਸਰਵਿਸ ਕਿੰਨੀ ਕੀਤੀ ਹੈ, ਵਿਕਾਸ ਕਿੰਨਾ ਕੀਤਾ, ਕੰਸਟੀਚੁਐਂਸੀ ਦਾ ਕੰਮ ਕਿੰਨੇ ਕੀਤੇ ਹੈ। ਤੇ ਸਾਡੇ ਮੈਕਸਿਮਮ ਕੈਂਡੀਡੇਟਸ ਹੈ ਜਿਨ੍ਹਾਂ ਨੇ ਹਿੰਦੁਸਤਾਨ ਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰਕੇ ਮਹਾਰਾਜਾ ਰਣਜੀਤ ਸਿੰਘ ਅਵਾਰਡ, ਅਰਜੁਨਾ ਅਵਾਰਡ ਵਰਗੇ ਅਵਾਰਡਸ ਲੈ ਕੇ ਆ ਕੇ ਹਿੰਦੁਸਤਾਨ ਨੂੰ ਪ੍ਰਾਊਡ ਮਹਿਸੂਸ ਕਰਵਾਇਆ। ਸੋ ਵੀ ਹੈਵ ਦ ਬੈਸਟ ਆਫ ਕੈਂਡੀਡੇਟਸ। ਇਹ ਕਹਿੰਦੇ ਸੀ ਟਾਈਮ ਕਿਉਂ ਲੱਗਿਆ? ਹਰੇਕ ਸੀਟ ਦੇ ਪਿੱਛੇ 10-10 15-15 ਕੈਂਡੀਡੇਟ ਸੀ। ਇਹਨਾਂ ਦੀਆਂ ਅਨਲਾਈਕ BJP, ਆਪ ਐਂਡ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਇੱਕ ਦੋ ਹੁੰਦੇ ਸੀਗੇ, ਦੇਅਰਫੋਰ ਜਲਦੀ ਹੋ ਗਿਆ। ਬਟ ਗੁੱਡ ਥਿੰਗਸ ਟੇਕ ਟਾਈਮ ਤੇ ਬੈਸਟ ਅਮੰਗਸਟ ਦ ਲੋਟ ਹੈ ਤੇ ਜਿੱਤ ਕੇ ਦਿਖਾਵਾਂਗੇ ਵਿਦ ਥੰਪਿੰਗ ਮੈਜੋਰਿਟੀ। ਠੀਕ ਹੈ ਅਰਸ਼ਪ੍ਰੀਤ ਜੀ, ਬੜੀ ਵਧੀਆ ਤੁਸੀਂ ਗੱਲ ਕਰਤੀ। ਚਲੋ ਠੀਕ ਹੈ, ਖਹਿਰਾ ਦੇ ਖਿਲਾਫ ਪੋਲੀਟੀਕਲ ਵੈਂਡੇਟਾ ਤੁਸੀਂ ਕਹਿਤਾ। ਚੰਨੀ ਸਾਹਿਬ ਦਾ ਨਾਮ ਤੁਸੀਂ ਆਪ ਲੈਤਾ। ਮੈਨੂੰ ਪਲੀਜ਼ ਦੱਸਣਾ, ED ਦੀ ਰੇਟ ਠੀਕ ਹੈ ਪੋਲੀਟੀਕਲ ਸੀ, ਸਭ ਮੰਨ ਲਿਆ, ਲੇਕਿਨ 10 ਕਰੋੜ ਰੁਪਏ ਮਿਲਦਾ ਹੈ। ਸੈਕਿੰਡ, ਜੋ 2017 ਦੇ ਵਿਨਿੰਗ ਕੈਂਡੀਡੇਟਸ ਨੇ ਉਹਨਾਂ ਚੋਂ ਸਭ ਤੋਂ ਵੱਧ ਕ੍ਰਿਮੀਨਲ ਕੇਸਿਸ 14 ਕਾਂਗਰਸ ਦੇ MLAs ਤੇ ਨੇ। ਹਾਊ ਵਿਲ ਯੂ ਡਿਫੈਂਡ ਦੈਟ? ਸਾਰੀ ਪੋਲੀਟੀਕਲ ਵੈਂਡੇਟਾ ਨੇ। ਨੰਬਰ 1, ਮੈਂ ਤੁਹਾਨੂੰ ਪਹਿਲਾਂ ਤਾਂ ਜਿਹੜੇ ਤੁਸੀਂ 17 ਕੈਂਡੀਡੇਟਸ ਦੀ ਗੱਲ ਕੀਤੀ, 17 ਕਿਹਾ ਤੁਸੀਂ? 14 ਰਾਈਟ। ਨੰਬਰ 1, ਕੋਈ ਉਹਨਾਂ ਚੋਂ ਕਨਵਿਕਟ ਹੈ? ਓਕੇ, ਸੋ ਤੁਸੀਂ ਵੇਟ ਕਰੋਗੇ ਜਦ ਤੱਕ ਕਨਵਿਕਸ਼ਨ ਨਹੀਂ ਹੁੰਦੀ ਹੈ। ਇੱਕ ਮਿੰਟ ਕਾਈਂਡਲੀ ਸੁਣ ਲਓ। ਨੰਬਰ 1, ਉਹਨਾਂ ਚੋਂ ਕੋਈ ਕਨਵਿਕਟ ਨਹੀਂ ਹੈ। ਜੇ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਇਲੈਕਸ਼ਨ ਲੜਨ ਤੋਂ ਨਹੀਂ ਰੋਕਦਾ ਤੇ ਦੈਨ ਪੀਪਲ ਲਾਈਕ ਅਸ ਕੈਨੋਟ ਹੈਵ ਐਨੀ ਸੇ ਇਨ ਇਟ, ਬਿਕੋਜ਼ ਇਲੈਕਸ਼ਨ ਕਮਿਸ਼ਨ ਇਜ਼ ਅ ਕਨਸਟੀਟਿਊਸ਼ਨਲ ਬਾਡੀ ਤੇ ਆਪਣਾ ਇਹਨਾਂ ਦੇ ਰੈਕੁਇਜ਼ਿਟਸ ਹੈ, ਰੈਕੁਇਜ਼ਿਟਸ ਨੂੰ ਪੂਰਾ ਕਰਦਾ, ਦੈਟਸ ਵਾਈ ਦੇ ਕੈਨ ਕੰਟੈਸਟ ਇਲੈਕਸ਼ਨਸ। ਦੀ ਗੱਲ ਇਹ ਹੈ ਕਿ ਤੁਸੀਂ 10 ਕਰੋੜ ਦੀ ਗੱਲ ਕੀਤੀ, ਚੰਨੀ ਸਾਹਿਬ ਨਾਲ ਤੁਸੀਂ ਕਿਵੇਂ ਐਸੋਸੀਏਟ ਕਰ ਸਕਦੇ ਹੋ? ਚੰਨੀ ਸਾਹਿਬ ਕਰੋ ਪੈਸੇ ਠਹਿਰੇ ਆ, ਚੰਨੀ ਸਾਹਿਬ ਕਰੇ ਰੇਡ ਹੋਈ, ਚੰਨੀ ਸਾਹਿਬ ਕਰੋ ਰਿਕਵਰੀ ਹੋਈ, ਨਥਿੰਗ ਐਟ ਆਲ। देयर इज नो एलिगेशन अगेंस्ट हिम, देयर इज नो एक्यूजेशन, नथिंग एट ऑल। लेकिन ਜਿਹੜਾ ਨੈਫਿਊ ਹੈ, ਨੈਫਿਊ ਦਾ ਜਿਹੜੀ ਮਾਰਚ 2018 ਨੂੰ FIR ਹੋਈ, ਵਿੱਚ ਨਾਮ ਨਹੀਂ, ਕੋਈ ਐਕੂਜੇਸ਼ਨ ਨਹੀਂ, ਕੋਈ ਐਲੀਗੇਸ਼ਨ ਨਹੀਂ, ਕੋਈ ਐਵੀਡੈਂਸ ਨਹੀਂ, ਕੋਈ ਵਿਟਨੈਸ ਨਹੀਂ, ਨਥਿੰਗ ਐਟ ਆਲ। ECIR ਹੁੰਦੀ ਹੈ ਲਾਸਟ ਈਅਰ ਨਵੰਬਰ ਦੇ ਵਿੱਚ ਜਲੰਧਰ 'ਚ, ਉਹਦੇ ਵਿੱਚ ਉਹਨਾਂ ਦਾ ਨਾਮ ਨਹੀਂ ਆਉਂਦਾ। ਸੋ ਆਊਟ ਆਫ ਦ ਬਲੂ ਤੁਸੀਂ ਜਿਹੜੇ ਵਾਕਈ ਜਿਨ੍ਹਾਂ ਦਾ ਨਾਮ ਸੀ ਉਹਨਾਂ ਖਿਲਾਫ 4 ਸਾਲ ਤੁਸੀਂ ਐਕਸ਼ਨ ਨਹੀਂ ਲਿਆ, ਜਿਹਨਾਂ ਦਾ ਨਾਮ ਨਹੀਂ ਸੀ ਜਸਟ ਬਿਫੋਰ ਦੀ ਇਲੈਕਸ਼ਨਸ ਤੁਸੀਂ ਉਹਨਾਂ ਨੂੰ ਟਾਰਗੇਟ ਕਰਨ ਲੱਗੇ। ਇੱਥੋਂ ਪਤਾ ਲੱਗਦਾ ਹੈ, ਮੈਂ ਤੁਹਾਨੂੰ ਐਗਜ਼ਾਮਪਲ 6 ਲੀਡਰਸ ਦੇ ਦੱਸਿਆ, ਮੇਜਰ ਆਪੋਜੀਸ਼ਨ ਲੀਡਰਸ ਇਲੈਕਸ਼ਨਸ ਤੋਂ ਪਹਿਲਾਂ ਟਾਰਗੇਟ ਕੀਤਾ ਗਿਆ, ਇਲੈਕਸ਼ਨ ਤੋਂ ਬਾਅਦ ਠੰਡੇ ਬਸਤੇ ਪੈ ਜਾਣਗੇ। ਲੇਕਿਨ BJP ਕੋਈ ਵਾਸ਼ਿੰਗ ਮਸ਼ੀਨ ਤਾਂ ਹੈ ਨਹੀਂ ਵੀ ED IT ਇਨਕੁਆਇਰੀ ਜਿਨ੍ਹਾਂ ਖਿਲਾਫ ਪੈਂਡਿੰਗ ਹੈ, ਕੈਪਟਨ ਸਾਹਿਬ ਖਿਲਾਫ, ਉਹਨਾਂ ਨੂੰ ਪਾਰਟੀ ਸ਼ਾਮਲ ਕਰ ਲਿਆ। ਉਹ ਦਾਗੀ ਲੀਡਰ BJP 'ਚ ਆ ਕੇ ਸਾਫ਼ ਹੋ ਗਏ। ਵਾਸ਼ਿੰਗ ਮਸ਼ੀਨ ਹੈ BJP ਵੀ, ਉਧਰੋਂ ਦਾਗੀ ਲੀਡਰ ਆਉਂਦਾ ਸਾਫ਼ ਹੋ ਕੇ
ਬੇਦਾਗ ਹੋ ਕੇ ਐ ਬਿਲਕੁਲ ਸਹੀ ਹੋ ਕੇ ਨਿਕਲ ਜਾਂਦਾ ਹੈ। ਸੋ ਦੇਅਰਫੋਰ ਬੀਜੇਪੀ ਨੂੰ ਪਹਿਲਾਂ ਇਹ ਆਨਸਰ ਦੇਣਾ ਪੈਣਾ ਕਿ ਤੁਸੀਂ ਕੈਪਟਨ ਸਾਹਿਬ ਨਾਲ ਅਲਾਈਅੰਸ ਕਿਉਂ ਕੀਤੀ ਵੈਨ ਆਈਟੀ ਰੇਡਸ ਆਰ ਡਿਊ ਅਗੇਂਸਟ ਹਿਮ। ਠੀਕ ਹੈ, ਚਲੋ ਜਵਾਬ ਲੈ ਲੈਂਦੇ ਆ। ਬੀਜੇਪੀ ਤੋਂ ਗੁਰਦੀਪ ਸਿੰਘ ਗੋਸ਼ਾ ਜੀ ਸਾਡੇ ਨਾਲ ਸ਼ਾਮਿਲ ਨੇ। ਪਹਿਲਾਂ ਤਾਂ ਇਹਨਾਂ ਦੀ ਗੱਲ ਦਾ ਜਵਾਬ ਦੇ ਦਿਓ, ਫਿਰ ਮੈਂ ਆਪਣਾ ਸਵਾਲ ਪੁੱਛਦਾ। ਦੇਖੋ, ਪਹਿਲੀ ਗੱਲ ਤਾਂ ਇਹ ਗੱਲ ਅਸੀਂ ਕਹਿਣਾ ਚਾਹੁੰਦੇ ਭਾਰਤੀ ਜਨਤਾ ਪਾਰਟੀ ਦਾ ਇੱਕ ਸਾਫ਼ ਕਲੀਅਰ ਗੱਲ ਹੈ ਕਿ ਅਸੀਂ ਜਿਹੜੇ ਕ੍ਰਿਮੀਨਲ ਬੰਦੇ ਆ ਅਸੀਂ ਉਹਨਾਂ ਨੂੰ ਜਸਟੀਫਾਈ ਨਹੀਂ ਕਰਦੇ। ਬਾਕੀ ਅਕਿਊਜ਼ਡ ਤੇ ਕਨਵਿਕਟ 'ਚ ਫਰਕ ਹੁੰਦਾ। ਅਸੀਂ ਬਾਰ-ਬਾਰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਕਲੀਅਰ ਰਾਜਨੀਤੀ ਕਰਨਾ ਚਾਹੁੰਦੀ ਹੈ, ਪੰਜਾਬ 'ਚ ਚੰਗੀ ਰਾਜਨੀਤੀ ਦੇਣਾ ਚਾਹੁੰਦੀ ਹੈ। ਇਹ ਜਿਹੜੇ ਇਹਨਾਂ ਕੋਲ ਤਾਂ ਹੁਣ ਕੋਈ ਕਾਂਗਰਸ ਵਾਲੇ ਕੋਲ ਗੱਲ ਨਹੀਂ ਹੈ। ਜਿਹੜੇ ਇਹ ਦੇਖਣਾ ਪਊਗਾ ਕਿ ਕੇਸ ਕਿਹੜੇ ਹੈ। ਐਨਡੀਪੀਐਕਸ ਦੇ ਐਕਟ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਘਰ ਰੇਡ ਨਾ ਪੈਣੀ, ਕਾਂਗਰਸ ਕੀ ਕਿਤੇ ਨਾ ਕਿਤੇ ਉਹਨੂੰ ਬਚਾ ਨਹੀਂ ਰਹੀ ਸੀਗੀ। ਤੁਸੀਂ ਇੱਕ ਹੋਰ ਚੀਜ਼, ਇੱਕ ਜਿਹੜੀ ਵੱਡੀ ਗੱਲ ਹੈ, ਦੇਖੋ ਮੈਂ ਲੁਧਿਆਣੇ ਨੂੰ ਬਿਲੋਂਗ ਕਰਦਾ, ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਦੇ ਨੌਨ ਅਵੇਲੇਬਲ ਵਾਰੰਟ ਹੈ, ਉਹ ਕਾਂਗਰਸ ਉੱਤੇ ਦਇਆਵਾਨ ਕਿਉਂ ਹੋਈ ਪਈ ਹੈ। ਇਹ ਚੀਜ਼ਾਂ ਤਾਂ ਕੇਸ ਤੇ ਡਿਪੈਂਡ ਹੁੰਦਾ ਕਿਉਂਕਿ 376 ਦੇ ਐਕਟ ਦੇ ਅਧੀਨ ਉਹਨਾਂ ਦੇ ਪਰਚੇ ਚੱਲ ਰਹੇ ਆ। ਬਾਕੀ ਰਹੀ ਗੱਲ, ਭਾਰਤੀ ਜਨਤਾ ਪਾਰਟੀ ਕਦੇ ਵੀ ਕਿਸੇ ਨੂੰ ਪ੍ਰਮੋਟ ਨਹੀਂ ਕਰਦੀ ਵੀ ਕ੍ਰਿਮੀਨਲ ਬੰਦੇ ਅੱਗੇ ਲੈ ਕੇ ਜਾਓ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਸਾਫ਼ ਅਕਸਰ ਹੈ। ਪਰ ਕਾਂਗਰਸ ਕੋਲ ਸ਼ਾਇਦ ਕੋਈ ਖਾਸ ਹੀ ਮਸ਼ੀਨ ਹੈਗੀ ਆ ਜਿਹੜੀ ਉਹ ਆਪ ਧੋ ਕੇ ਗੱਲ ਕਰਦੇ। ਤੇ ਕਾਂਗਰਸ ਕਿਤੇ ਵੀ ਜਿਹਦੇ ਘਰ ਸ਼ੀਸ਼ੇ ਦੇ ਹੁੰਦੇ ਨਾ ਉਹ ਪੱਥਰ ਨਹੀਂ ਮਾਰਦੇ। ਤੁਸੀਂ ਆਪਣੇ ਸੁਖਪਾਲ ਸਿੰਘ ਕਹਿ ਰਹੇ ਤੇ ਜਿਹੜੀ ਐਡੀ ਵੱਡੀ ਗੱਲ ਸੀ ਉਹਨਾਂ ਦੇ ਘਰ ਰੇਡ ਕਿਉਂ ਨਹੀਂ ਮਾਰੀ ਗਈ, ਇਹਦੇ ਉੱਤੇ ਜਵਾਬ ਦੇਣਾ ਤੁਹਾਡਾ ਬਣਦਾ, ਨਾ ਕਿ ਸਾਡਾ ਜਵਾਬ ਦੇਣਾ ਬਣਦਾ। ਅਸੀਂ ਤਾਂ ਬਾਰ-ਬਾਰ ਕਹਿੰਦੇ ਜਿਹੜੇ ਗਲਤ ਅਨਸਰ ਹੈਗੇ ਉਹਨਾਂ ਨੂੰ ਅੱਗੇ ਨਹੀਂ ਆਉਣਾ ਚਾਹੀਦਾ। ਗੋਸ਼ਾ ਸਾਹਿਬ, ਮੈਂ ਸ਼ੁਰੂਆਤ ਇਹਦੇ ਨਾਲ ਹੀ ਕੀਤੀ ਸੀ ਕਿ ਕੱਚ ਦੇ ਘਰ ਤੁਹਾਡੇ ਸਾਰਿਆਂ ਦੇ ਨੇ, ਸਾਰੇ ਪਾਰਟੀਆਂ ਦੇ। ਪਲੀਜ਼ ਮੈਨੂੰ ਇਹਦਾ ਜਵਾਬ ਦੇਣਾ, ਕਾਂਗਰਸ ਤੋਂ ਰਾਣਾ ਗੁਰਮੀਤ ਸੋਢੀ ਤੁਹਾਡੇ ਨਾਲ ਸ਼ਾਮਿਲ ਹੋਏ ਨੇ, ਉਹਨਾਂ ਖਿਲਾਫ ਵੀ ਕ੍ਰਿਮੀਨਲ ਪ੍ਰੋਸੀਡਿੰਗਸ ਮਿਲ ਰਹੀਆਂ, ਤੁਸੀਂ ਕਹਿੰਦੇ ਸਪੋਰਟ ਨਹੀਂ ਕਰਦੇ, ਉਹਨਾਂ ਨੂੰ ਤਾਂ ਟਿਕਟ ਦੇਤੀ ਹੈ ਪਹਿਲੀ ਸੂਚੀ 'ਚ। ਮੇਰੀ ਗੱਲ ਸੁਣੋ, ਪਤਾ ਕਿ ਪ੍ਰੋਸੀਡਿੰਗ ਮੈਂ ਬਾਰ-ਬਾਰ ਕਹਿੰਦਾ ਕਨਵਿਕਟ ਤੇ ਪ੍ਰੋਸੀਡਿੰਗ 'ਚ ਫਰਕ ਹੈਗਾ। ਅਸੀਂ ਤਾਂ FIR ਦਾ ਮਤਲਬ ਹੈ ਫਸਟ ਇਨਫੋਰਮੇਸ਼ਨ ਰਜਿਸਟਰ ਤੇ, ਪਰ ਜੇ ਕੋਈ ਦੋਸ਼ੀ ਪਾਇਆ ਜਾਂਦਾ ਤੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੈ, ਕੋਈ ਵੀ ਹੋਵੇ। ਅਸੀਂ ਇਕੱਲੇ ਭਾਰਤੀ ਜਨਤਾ ਪਾਰਟੀ ਦੀ ਨਹੀਂ ਕਰ ਰਹੇ, ਅਸੀਂ ਕਾਂਗਰਸ ਦੀ ਵੀ ਗੱਲ। ਪਰ ਮੇਰਾ ਇੱਕ ਸਵਾਲ ਕਾਂਗਰਸ ਵਾਲਿਆਂ ਨੂੰ ਹੈ ਕਿ ਜਦੋਂ ਦੂਜਿਆਂ ਦੇ ਘਰ ਤੁਸੀਂ ਰੇਡ ਮਰਵਾ ਸਕਦੇ ਹੋ, ਜਾਇਜ਼ ਗੱਲ ਹੈ, ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਨਹੀਂ ਹੋਣੀ ਚਾਹੀਦੀ, ਪਰ ਤੁਸੀਂ ਆਪਣੇ ਖਹਿਰਾ ਸਾਹਿਬ ਨੂੰ ਕਿਉਂ ਬਚਾਉਂਦੇ ਰਹੇ? ਚਟੋਪਾਧਿਆ ਸਾਹਿਬ ਆਪ ਪੀਓ ਦੇ ਨਾਲ ਗੱਲਾਂ ਕਰਦੇ ਰਹੇ, ਉਹਦੇ ਬਾਰੇ ਜਸਟੀਫਾਈ ਕਿਉਂ ਨਹੀਂ ਕਰਦੇ? ਇਹ ਚੀਜ਼ਾਂ ਦੇਖੋ, ਜੇ ਪ੍ਰਧਾਨ ਮੰਤਰੀ ਦੇ ਕਾਬਲ ਰੁਕੇਗੇ ਉਹ ਕ੍ਰਿਮੀਨਲ ਐਕਟ ਨਹੀਂ ਸੀਗਾ, ਇਹ ਚੀਜ਼ਾਂ ਦੇ ਜਸਟੀਫਾਈ ਕਿੱਦਾਂ ਕਰਨਗੇ? ਸੋ ਤੁਹਾਡਾ ਸਟੈਂਡ ਇਹੀ ਹੈ ਦੋਵਾਂ ਦਾ। ਮੈਂ ਇਹ ਪਹਿਲੀ ਗੱਲ ਤਾਂ ਪੁੱਛ ਲਵਾਂ ਕਿ ਜੇ ਕ੍ਰਿਮੀਨਲ ਪ੍ਰੋਸੀਡਿੰਗ ਚੱਲਦੀ ਹੈ ਉਹ ਬੰਦਾ ਠੀਕ ਹੈ, ਜਦ ਤੱਕ ਕਨਵਿਕਟ ਨਹੀਂ ਹੁੰਦਾ ਵੀ ਵਿਲ ਗਿਵ ਟਿਕਟਸ, ਚਾਹੇ ਜਿਹੜਾ ਮਰਜ਼ੀ ਕੇਸ ਚੱਲੇ। ਸਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬਿਲਕੁਲ ਜਿਹੜੇ ਕੇਸ ਦੀ ਆਪਾਂ ਪਰਿਭਾਸ਼ਾ ਤੇ ਦੇਖੀਏ ਨਾ ਕਿਹੜੀ ਹੈ, ਕੇਸ ਦੀ ਪਰਿਭਾਸ਼ਾ ਪਰ ਕਿਹੜੇ ਕਿਸ ਪੋਜੀਸ਼ਨ ਤੇ ਚੱਲ ਰਹੀ ਹੈ। ਜੇ ਤੱਕ ਕੋਰਟ ਨੂੰ ਦੋਸ਼ੀ ਕਰਾਰ ਦਿੰਦਾ, ਅਸੀਂ ਤਾਂ ਕਹਿੰਦੇ ਬਾਰ-ਬਾਰ ਵੀ ਉਹ ਜਿਹੜਾ ਦੋਸ਼ੀ ਆ ਉਹਨੂੰ ਬਿਲਕੁਲ ਕਲੀਅਰ ਹੋਣਾ ਚਾਹੀਦਾ, ਕਲੀਅਰ ਕਰ ਦੇਣਾ ਚਾਹੀਦਾ, ਪਾਰਟੀਆਂ ਦੇ ਵਿੱਚ ਉਹਨੂੰ ਨਹੀਂ ਆਉਣਾ ਚਾਹੀਦਾ। ਜੇ ਕ੍ਰਿਮੀਨਲ ਐਕਟੀਵਿਟੀ ਵਾਲੇ ਬੰਦੇ ਸਮਾਜ ਦੇ ਵਿੱਚ ਅੱਗੇ ਆਣ ਕੇ ਲੀਡਰ ਬਣਨਗੇ ਤਾਂ ਸਮਾਜ ਦਾ ਨੁਕਸਾਨ ਕਰਨਗੇ। ਠੀਕ ਹੈ, SSM ਕੋਲ ਆਉਣਾ ਚਾਹੁੰਦਾ ਇਸ ਵੇਲੇ। SKM ਤੋਂ ਤੁਸੀਂ ਪਹਿਲਾਂ ਤਾਂ ਅਲੱਗ ਰੱਖਿਆ ਲੱਖਾ ਸਿਧਾਣਾ ਨੂੰ, ਹੁਣ SKM ਤੋਂ SSM ਅਲੱਗ ਹੋ ਗਈ ਹੈ ਤੇ ਲੱਖਾ ਸਿਧਾਣਾ ਨੂੰ ਟਿਕਟ ਦਿੱਤੀ ਹੈ ਜੋ ਕਿ ਗੈਂਗਸਟਰ ਟਰਨਡ ਪੋਲੀਟੀਸ਼ੀਅਨ ਹੈ ਤੇ 26 ਜਨਵਰੀ ਪਿਛਲੇ ਸਾਲ ਦੇ ਕੇਸ ਤਾਂ ਹੈਗੇ ਹੀ ਹੈ ਅਕਿਊਜ਼ ਨੇ। SSM ਤੋਂ ਤ੍ਰਿਲੋਚਨ ਸਿੰਘ ਲਾਲੀ ਜੀ ਸਾਡੇ ਨਾਲ ਮੌਜੂਦ ਨੇ, ਇਹਦਾ ਜਵਾਬ ਦੇਣ। ਦੇਖੋ, ਗੱਲ ਇਹ ਆ ਜੀ, ਲੱਖਾ ਸਿਧਾਣਾ ਲੋਕਾਂ ਦੇ ਵਿੱਚ ਉਹਦੀ ਹਰਮਨ ਪਿਆਰਤਾ, ਉਹਦਾ ਪਬਲਿਕ ਓਪੀਨੀਅਨ ਆਇਆ, ਉਹਨੂੰ ਗੈਂਗਸਟਰ ਸ਼ਬਦ ਕਿਹਨੇ ਦਿੱਤਾ, ਕਿਹਨੇ ਲੋਕਾਂ ਦੇ ਮੂੰਹ ਦੇ ਵਿੱਚ ਪਾਇਆ, ਇਹ ਸਾਰੀਆਂ ਗੱਲਾਂ ਅਜੇ ਜਦੋਂ ਉਹ ਦੋਸ਼ੀ ਸਾਬਤ ਹੋ ਜਾਏਗਾ ਅਸੀਂ ਬਾਹਰ ਦਾ ਰਸਤਾ ਵੀ ਦਿਖਾ ਸਕਦੇ ਹਾਂ। ਅਜੇ ਤਾਂ ਸਿਰਫ ਉਹਨਾਂ ਦੇ ਖਿਲਾਫ ਜਿਹੜੀਆਂ ਕੰਪਲੇਂਟਸ ਨੇ ਜਾਂ ਅਦਾਲਤੀ ਕਾਰਵਾਈਆਂ ਚੱਲ ਰਹੀਆਂ, ਕਿਸੇ ਦੋਸ਼ੀ ਤਾਂ ਨਹੀਂ ਉਹਨੂੰ ਅਜੇ ਐਲਾਨਿਆ। ਇਸ ਕਰਕੇ ਦੂਜੀ ਗੱਲ, ਮੈਂ ਸੁਣ ਰਿਹਾ ਸੀ ਗੋਸ਼ਾ ਜੀ ਨੂੰ, ਬੜੇ ਨਵੇਂ ਬੀਜੇਪੀ ਦੇ ਵਿੱਚ ਆਏ ਨੇ, ਕਹਿਣਾ ਵੀ ਨਵਾਂ ਧਰਮੀ ਬੰਦਾ ਰੱਬ ਵੀ ਜ਼ਿਆਦਾ ਕਰਦਾ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜੇ ਤੁਸੀਂ ਆਹੀ ਗੱਲ ਕਰਦੇ ਹੋ ਤਾਂ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਹੋਇਆ ਇੰਸੀਡੈਂਟ, ਕਿਸਾਨਾਂ ਦੇ ਉੱਪਰ ਗੱਡੀਆਂ ਚੜਾ ਦਿੱਤੀਆਂ ਗਈਆਂ, ਮੈਂ ਹੁਣ ਨਾਮ ਨਹੀਂ ਲਵਾਂਗਾ ਕੌਣ ਆ, ਸਾਰੇ ਜਾਣਦੇ ਨੇ, ਠੀਕ ਆ, ਉਹਨਾਂ ਨੂੰ ਇਹ ਪਾਰਟੀ ਦੇ ਧਰਮ ਦੀ ਗੱਲ ਨਾ ਵਿੱਚ ਲੈ ਕੇ ਆਈ, ਆਪਾਂ ਧਰਮ ਦੀ ਗੱਲ ਨਾ ਕਰੀਏ, ਅਸੀਂ ਆਪਣੇ ਗੱਲ ਨਹੀਂ ਮੈਂ ਕਰ ਰਿਹਾ, ਮੈਂ ਕਿਸਾਨਾਂ ਦੇ ਉੱਪਰ ਗੱਡੀ ਚੜਾਈ ਗਈ ਆ। ਨਵਾਂ ਰੱਬ ਬਣਦਾ, ਤੁਸੀਂ ਗੋਸ਼ਾ ਜੀ ਗੱਲ ਪੂਰੀ ਕਰ ਲੈਣ ਤੋਂ ਜਵਾਬ ਦੇ ਲਿਓ। ਗੋਸ਼ਾ ਜੀ ਗੱਲ ਪੂਰੀ ਕਰ ਲੈਣ ਤੋਂ ਜਵਾਬ ਦੇ ਲਿਓ। ਮੈਨੂੰ ਗੱਲ ਪੂਰੀ ਕਰ ਲੈਣ ਦਿਓ। ਲਖੀਮਪੁਰ ਖੀਰੀ ਦੇ ਵਿੱਚ ਜੋ ਇੰਸੀਡੈਂਟ ਹੋਇਆ, ਉਹ ਕਿਹੜੀ ਪਾਰਟੀ ਦੇ ਬੰਦੇ ਸੀ, ਕੌਣ ਸੀ, ਕਿੱਦਾਂ ਦੇ ਸੀ, ਕੀ ਸੀ, ਕੀ ਲੋੜ ਪਈ ਸੀ ਉਹਨਾਂ ਨੂੰ ਲੋਕਾਂ ਦੇ ਉੱਤੇ ਗੱਡੀਆਂ ਚੜਾਉਣ ਦੀ? ਇਸ ਕਰਕੇ ਅਸੀਂ ਬਾਰ-ਬਾਰ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ, ਅਸੀਂ ਮੰਨਦੇ ਹਾਂ ਵੀ ਹੋ ਸਕਦਾ ਲੱਖੇ ਸਿਧਾਣੇ ਦੇ ਉੱਪਰ ਦੋਸ਼ ਨੇ, ਜਦੋਂ ਅਦਾਲਤ ਦੋਸ਼ੀ ਸਾਬਤ ਕਰ ਦੇਗੀ ਅਸੀਂ ਉਹਨੂੰ ਬਾਹਰ ਦਾ ਰਸਤਾ ਵੀ ਦਿਖਾ ਸਕਦੇ ਹਾਂ। ਤੁਸੀਂ ਕਹੋ, ਤੁਸੀਂ ਦਿਖਾਇਆ ਕਿਸੇ? ਆ ਤਾਂ ਹੁਣ ਸਾਹਮਣੇ ਇੰਸੀਡੈਂਟ ਹੋਇਆ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਹੋਇਆ, ਅਜੇ ਤੱਕ ਮੁੱਢਲੇ ਜਿਹੜੇ FIR ਦੇ ਵਿੱਚ ਨਾ ਆਏ, ਉਹਨਾਂ ਦੀ ਗ੍ਰਿਫਤਾਰੀ ਵੀ ਨਹੀਂ ਹੋਈ। ਇੱਕ ਮੰਤਰੀ ਦਾ ਮੁੰਡਾ ਇਨਵੋਲਵ ਦੇ ਵਿੱਚ ਸੀ, ਜਿਸ ਪ੍ਰਕਾਰ ਲੋਕਾਂ ਨੂੰ ਦਰਿਆ ਗਿਆ। ਇਹ ਡੈਮੋਕ੍ਰੇਸੀ ਦਾ ਰੂਲ ਹੈ, ਇਹ BJP ਦੀ ਸਰਕਾਰ ਆ। ਤੇ ਮੈਨੂੰ ਇਹ ਵੱਡੇ ਰਾਸ਼ਟਰਵਾਦੀ ਕਹਾਉਂਦੇ ਹੋ ਤੇ ਮੈਨੂੰ ਲੱਗਦਾ ਵੀ ਦੇਸ਼ ਧਰੋਹੀ ਕੌਣ ਆ,
ਤੇ ਸਭ ਤੋਂ ਵੱਡੀ ਦੇਸ਼ ਧਰੋਈ ਆ ਜਿਸ ਦੇਸ਼ ਦੇ ਵਿੱਚ ਇਹ ਦੇਸ਼ ਨਾਲ ਧਰੋਹ ਕਮਾ ਰਹੀ ਆ ਉਹ ਬੀਜੇਪੀ ਆ। ਗੋਸ਼ਾ ਸਾਹਿਬ ਮੈਂ ਇਸ ਗੱਲ ਨੂੰ ਰੀਫਰੇਜ਼ ਕਰ ਦਿੰਦਾ, ਐਵੇਂ ਪੁੱਛ ਲੈਂਦੇ ਇਹਨਾਂ ਦਾ ਸਵਾਲ ਕਿ ਅਜੇ ਮਿਸ਼ਰਾ ਟੈਨੀ ਕਿਆ ਮੋਰਲ ਰਿਸਪੌਂਸਿਬਿਲਿਟੀ ਨਹੀਂ ਹੈ ਜੇ ਬੇਟਾ ਉਹਨਾਂ ਦਾ ਜੇਲ੍ਹ 'ਚ ਗਿਆ ਲਖੀਮਪੁਰ ਖੇੜੀ ਕੇਸ ਤਾਂ ਉਹ ਸਟੈਪ ਡਾਊਨ ਕਰਨ ਜਾਂ ਬੀਜੇਪੀ ਉਹਨੂੰ ਕਹੇ ਵੀ ਉਹ ਸਟੈਪ ਡਾਊਨ ਕਰਨ? ਸਰ ਗੱਲ ਏਦਾਂ ਵੀ ਅਸੀਂ ਜਿਹੜੀ FIR ਜਿਹੜੀ ਬਣਦੀ ਸੀ FIR ਉਹ ਦਰਜ ਕਰ ਦਿੱਤੀ ਗਈ ਹੈ। ਜਿਹੜੀ ਅਦਾਲਤੀ ਕਾਰਵਾਈ ਹੈ ਹੁਣ ਬਾਰ-ਬਾਰ ਇਹ ਗੱਲ ਕਹਿੰਦੇ ਅਸੀਂ ਲੱਖੇ ਸਿਧਾਣੇ ਨੂੰ, ਮੈਂ ਤਾਂ ਲੱਖੇ ਸਿਧਾਣੇ ਦੇ ਉੱਤੇ ਕੋਈ ਸਵਾਲ ਹੀ ਨਹੀਂ ਪਾਇਆ। ਬਾਕੀ ਮੈਨੂੰ ਇਸ ਗੱਲ ਦੇ ਰਾਜਵੀਰੋ ਵੀ ਨਵਾਂ ਬੰਦਾ ਇਹ ਵੀ ਨਵੇਂ ਹੀ ਆਏ ਆ ਏਦਾਂ, ਪਰ ਇਹਨੂੰ ਰੱਬ ਦੇ ਨਾਮ ਨਾਲ ਨਾ ਜੋੜੀਏ। ਰੱਬ ਦਾ ਨਾਮ ਇੱਕ ਅਲੱਗ, ਅਧਿਆਤਮਕ ਜੀਵਨ ਅਲੱਗ ਹੈ। ਇਹ ਰਾਜਨੀਤੀ ਚੱਲ ਰਹੀ ਹੈ, ਰਾਜਨੀਤੀ ਤਰੀਕੇ ਨਾਲ ਜਵਾਬ ਦਿੱਤੇ ਹੈ, ਸਮਾਜ ਦੀ ਗੱਲ ਦੀ ਜਵਾਬ ਦੀ ਹੈ। ਮੈਂ ਇਹ ਗੱਲ ਕਹਿਣਾ ਫਸਟ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਕੇਸ ਬਣਦਾ ਸੀ ਅਸੀਂ ਦਰਜ ਕਰ ਦਿੱਤਾ। ਜਿਹੜਾ ਕੋਰਟ ਮਾਨਯ ਕੋਰਟ ਜੋ ਫੈਸਲਾ ਕਰੇਗੀ ਉੱਤੇ ਅਸੀਂ ਕਹਿੰਦੇ ਅਸੀਂ ਪਹਿਲਾਂ ਮੇਰਾ ਸਵਾਲ ਗੋਸ਼ਾ ਸਾਹਿਬ ਇਹ ਸੀਗਾ, ਗੋਸ਼ਾ ਸਾਹਿਬ ਮੇਰਾ ਸਵਾਲ ਇਹ ਸੀਗਾ ਕਿ ਅਜੇ ਮਿਸ਼ਰਾ ਟੈਨੀ ਜਿਹੜੇ MOS ਨੇ ਮਿਨਿਸਟਰ ਨੇ, ਕਿ ਉਹਨਾਂ ਨੂੰ ਸਟੈਪ ਡਾਊਨ ਆਪਣੀ ਪੋਸਟ ਤੋਂ ਨਹੀਂ ਕਰਨਾ ਚਾਹੀਦਾ ਸੀ ਜਾਂ ਕਿ ਬੀਜੇਪੀ ਨੂੰ ਉਹਨੂੰ ਨਹੀਂ ਕਹਿਣਾ ਚਾਹੀਦਾ ਸੀ ਕਿ ਤੁਸੀਂ ਸਟੈਪ ਡਾਊਨ ਕਰੋ ਕਿਉਂਕਿ ਤੁਹਾਡਾ ਬੇਟਾ ਇਹੋ ਜਿਹੇ ਕੇਸ ਸ਼ਾਮਿਲ ਹੈ? ਮੇਰਾ ਇਹ ਗੱਲ ਕਹਿਣਾ ਚਾਹੁੰਦਾ ਜਿਹੜਾ ਤੇ ਕੇਸ ਦਰਜ ਹੋਇਆ ਕਿ ਉਹਦਾ ਇੱਕ ਘਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੇ ਦੂਜੇ ਤੇ ਥੋੜਾ ਆਪਾਂ ਗਾਜ ਗਿਰ ਸਕਦੇ ਹਾਂ। ਜੇ ਉਹ ਲੱਗੂਗਾ ਉਹਨਾਂ ਦੀ ਇਨਵੋਲਵਮੈਂਟ ਹੈਗੀ ਤੇ ਫਿਰ ਅਸੀਂ ਜੋ ਕਾਰਵਾਈ ਬਣਦੀ ਕਰਾਂਗੇ। ਭਾਰਤੀ ਜਨਤਾ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਤੁਸੀਂ ਕਰ ਦਿਓ ਬਾਈਜਤ ਵਾਰੀ ਆਪਣੇ ਸ਼ਬਦਾਂ 'ਚ, ਫਿਰ ਜੇ ਉਹਨਾਂ ਦਾ ਨੈਫਿਊ ਹੀ ਆਇਆ ਤਾਂ ਉਹਨਾਂ ਦਾ ਕੋਈ ਰੋਲ ਨਹੀਂ। ਚੰਨੀ ਸਾਹਿਬ ਦੀ ਮੈਂ ਗੱਲ ਕਰ ਦਿੰਦਾ। ਮੈਂ ਦੇਖੋ ਚੰਨੀ ਸਾਹਿਬ 10 ਕਰੋੜ ਰੁਪਏ ਉਹਨਾਂ ਦੇ ਰਿਸ਼ਤੇਦਾਰਾਂ ਚੋਂ ਮਿਲਿਆ, ਫਿਰ ਉਸ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਕਰਨ ਕਿਉਂ ਆ ਗਏ? ਉਹ ਬਾਰ-ਬਾਰ ਕਿਉਂ ਕਹਿੰਦੇ ਕਿ ਮੇਰੇ ਗਲੇ ਨੂੰ ਹੱਥ ਪਾਇਆ ਜਾ ਰਿਹਾ? ਇਹ ਡਰ ਉਹਨਾਂ ਨੂੰ ਕਿਉਂ ਲੱਗਿਆ? ਅਸੀਂ ਤਾਂ ਨਹੀਂ ਚੰਨੀ ਸਾਹਿਬ ਨੂੰ ਕਿਹਾ ਸੀ ਪ੍ਰੈਸ ਕਾਨਫਰੰਸ ਕਰੋ। ਚੰਨੀ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਆਪਣੇ ਡਰ ਦੇ ਕੀਤੀ ਹੈ। ਤੇ ਮੈਂ ਸਮਝਦਾ ਚੰਨੀ ਸਾਹਿਬ ਦੇ ਜਿਹੜੇ ਐਲਾਨਜੀਤ ਬਣੇ ਆ ਉਹਨਾਂ ਨੂੰ ਆਪਣਾ ਡਰ ਸਤਾ ਰਿਹਾ ਸੀ। ਆਪਣਾ ਡਰ ਨਹੀਂ ਸਤਾਉਣਾ ਚਾਹੀਦਾ। ਜੇ ਉਹਨਾਂ ਦੀ ਕਾਰਵਾਈ ਬਣਦੀ ਸੀ ਤੇ 10 ਕਰੋੜ ਕੈਸ਼ ਮਿਲਿਆ। ਜਿਸ ਹਾਲਾਤਾਂ ਦੇ ਵਿੱਚ ਪੰਜਾਬ ਦੇ ਜਿਹੜਾ ਬਿਜ਼ਨਸ ਉਹਦੇ ਵਿੱਚ 10 ਕਰੋੜ ਰੁਪਏ ਮਿਲਣਾ ਜਸਟੀਫਾਈ ਤਾਂ ਨਹੀਂ ਕਰਦਾ। ਠੀਕ ਹੈ ਲਾਲੀ ਸਾਹਿਬ ਕੀ ਕਹਿਣਾ ਚਾਹ ਰਹੇ ਹੋ? ਮੇਰੇ ਕੋਲ ਤਾਂ ਨਹੀਂ ਮਿਲੀਆਂ। ਮੈਂ ਕਹਿਣਾ ਚਾਹੁੰਦਾ ਨੈਤਿਕ ਜ਼ਿੰਮੇਵਾਰੀ, ਮੈਂ ਤਾਂ ਨਾਂ ਨਹੀਂ ਸੀ ਲੈ ਰਿਹਾ ਜਿਹੜਾ ਯੂਪੀ ਦਾ ਮਿਨਿਸਟਰ ਬਣਿਆ ਹੋਇਆ। ਨੈਤਿਕ ਜ਼ਿੰਮੇਵਾਰੀ ਤਾਂ ਕਿਤੇ ਨਾ ਕਿਤੇ ਲੈਣੀ ਪਏਗੀ। ਕੋਈ ਐਥਿਕਸ ਵੀ ਹੁੰਦੇ ਨੇ, ਕੋਈ ਮੋਰਲ ਰਿਸਪੌਂਸਿਬਿਲਿਟੀ ਵੀ ਹੁੰਦੀ ਹੈ। ਉਹਦੇ ਬੇਟੇ ਨੇ ਜ਼ਿੰਮੇਵਾਰੀ ਸੰਭਾਲ ਲਓ ਜੀ। ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਸੰਭਾਲ ਰਹੇ ਹਾਂ, ਤੁਸੀਂ ਆਪਣੀ ਸੰਭਾਲ ਲਓ। ਠੀਕ ਹੈ, ਤੁਸੀਂ ਆਪਣੀ ਸੰਭਾਲ ਲਓ। ਸਾਰੇ ਕੱਪੜੇ ਪਾਉਣਾ ਨੈਤਿਕ ਜ਼ਿੰਮੇਵਾਰੀ ਹੈ ਤੁਹਾਡੀ। ਠੀਕ ਹੈ ਲਾਲੀ ਸਾਹਿਬ ਤੁਸੀਂ ਸਵਾਲ ਪੁੱਛਿਆ ਉਹਦਾ ਜਵਾਬ ਮਿਲ ਗਿਆ। ਓਕੇ ਗੋਸ਼ਾ ਸਾਹਿਬ ਠੀਕ ਹੈ, ਤੁਸੀਂ ਸਵਾਲ ਪੁੱਛਿਆ ਉਹਦਾ ਜਵਾਬ ਮਿਲ ਗਿਆ। ਮੈਂ ਡਾਇਰੈਕਟ ਕੁਐਸਚਨ ਪੁੱਛ ਲਿਆ ਸੀਗਾ। ਇਸ ਤਰ੍ਹਾਂ ਕਿਸੇ ਦੀ ਗੱਲ ਨਹੀਂ ਸੁਣਨੀ ਜੇ ਆਪਾਂ ਉੱਚੀ ਬੋਲਾਂਗੇ। ਬੜੀ ਸਿੰਪਲ ਗੱਲ ਹੈ। ਆਪਾਂ ਸਵਾਲ ਇਹ ਪੁੱਛ ਲਿਆ ਲਾਲੀ ਸਾਹਿਬ ਤੁਹਾਡਾ, ਮੈਂ ਵੀ ਪੁੱਛ ਲਿਆ, ਉਹਨਾਂ ਨੇ ਆਪਣਾ ਜਵਾਬ ਦੇ ਦਿੱਤਾ। ਉਹਨਾਂ ਦੀ ਮਰਜ਼ੀ ਹੈ ਕੁਝ ਵੀ ਜਵਾਬ ਦੇਣ। ਆਮ ਆਦਮੀ ਪਾਰਟੀ ਤੋਂ ਯਾਦਵਿੰਦਰ ਸਿੰਘ ਗੋਲਡੀ ਸਾਡੇ ਨਾਲ ਜੁੜ ਗਏ ਨੇ। ਅਸੀਂ ਗੱਲ ਕਰ ਰਹੇ ਹਾਂ ਕਿ ਕਿੰਨੇ ਕੈਂਡੀਡੇਟਸ ਜਿਨ੍ਹਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹਨਾਂ ਨੂੰ ਟਿਕਟਾਂ ਦੇ ਰਹੀਆਂ ਨੇ ਪਾਰਟੀਆਂ ਤੇ। ਆਮ ਆਦਮੀ ਪਾਰਟੀ ਨੇ ਇਸ ਵਾਰ ਜਿਹੜੀ 115 ਦੀ ਸੂਚੀ ਇਸ ਵਾਰ ਦਿੱਤੀ ਹੈ, ਜਾਰੀ ਕੀਤੀ ਹੈ, ਉਹਦੇ ਚੋਂ ਆਪ ਹੀ ਦੱਸਦਾ ਹੈ ਕਿ 32 ਦੇ ਖਿਲਾਫ ਕ੍ਰਿਮੀਨਲ ਕੇਸਿਸ ਨੇ। ਇਹਨੂੰ ਕਿਵੇਂ ਜਸਟੀਫਾਈ ਕਰੋਗੇ? ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕਰਪਸ਼ਨ ਦੇ ਖਿਲਾਫ ਹੈ, ਅਸੀਂ ਪਤਾ ਨਹੀਂ ਕੀ ਕੁਝ ਖਰਾਬ ਹੈ ਸਹੀ ਕਰ ਦਾਂਗੇ, ਤੇ ਆ 32 ਜਿਹੜੇ ਬੰਦੇ ਨੇ ਕਿਵੇਂ ਉਹ ਠੀਕ ਕਰਨਗੇ? ਕਿੰਨਾਂ ਨੇ ਗੱਲ ਕਹੀ ਹੈ ਕਿ 32 ਇਸ ਵਾਰ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਤੁਸੀਂ ਦੱਸਣਾ ਤੁਸੀਂ ਕਿਉਂ ਟਿਕਟ ਦੇ ਰਹੇ ਹੋ ਉਹਨਾਂ ਨੂੰ ਜਿਨ੍ਹਾਂ ਖਿਲਾਫ ਕ੍ਰਿਮੀਨਲ ਕੇਸਿਸ ਨੇ, ਤੇ ਆਮ ਆਦਮੀ ਪਾਰਟੀ ਨੇ ਖੁਦ ਇਹ ਦੱਸਿਆ ਕਿ 115 ਚੋਂ 32 ਦੇ ਖਿਲਾਫ ਕਿਸੇ ਨਾ ਕਿਸੇ ਕੇਸ 'ਚ FIR ਦਰਜ ਨੇ। ਮੈਂ ਪੁੱਛ ਰਿਹਾ ਇਹਨੂੰ ਕਿਵੇਂ ਜਸਟੀਫਾਈ ਕਰੋਗੇ? ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਜਿਨ੍ਹਾਂ ਦੇ ਦਰਜ ਸੀ ਮੋਟੀ ਦੱਸਿਆ ਉਹ ਕੋਈ ਉਹ ਕ੍ਰਿਮੀਨਲ ਪੰਜਾਬ ਦੇ ਨੂੰ ਖਰਾਬ ਕਰਦੀ ਹੋਈ ਯਾਦਵਿੰਦਰ ਜੀ ਮੇਰੀ ਗੱਲ ਸੁਣੋ, ਮੇਰੇ ਕੋਲ ਪੂਰੀ ਲਿਸਟ ਪਈ ਹੈ। ਅਜਨਾਲਾ ਤੋਂ ਤੁਹਾਡੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਤੇ ਕਤਲ ਦਾ ਕੇਸ ਦਰਜ ਹੈ। ਤੁਸੀਂ ਇਹੋ ਜਿਹੀ ਗੱਲਾਂ ਨਾ ਕਰੋ ਜਿਹਦੀ ਕੋਈ ਤੁਸੀਂ ਜਸਟੀਫਾਈ ਨਹੀਂ ਕਰ ਪਾਓਗੇ। ਦੇਖੋ ਨਾ ਮੈਂ ਤੁਹਾਨੂੰ ਫੇਰ ਉਹੀ ਗੱਲ ਕਹਿੰਦਾ ਆ ਕਿ ਦੇਖੋ ਹੋ ਸਕਦਾ ਆ ਕਿਸੇ ਨਾ ਕਿਸੇ ਉੱਤੇ ਹੋਵੇ, ਇਹ ਫੌਜਦਾਰੀ ਮੁਕੱਦਮਾ ਹੋ ਸਕਦਾ, ਹੋ ਸਕਦਾ ਕੋਈ ਲੇਕਿਨ ਕੋਈ ਵੀ ਪਿਛਲੇ ਸਮੇਂ ਤੋਂ ਜਿੰਨੇ ਵੀ ਸਾਡੇ ਕੈਂਡੀਡੇਟ ਆ ਉਹ ਜ਼ਿਆਦਾਤਰ ਸਾਡੇ ਚੰਗੇ ਨੌਜਵਾਨਾਂ ਨੂੰ ਔਰ ਚੰਗੇ ਲੋਕਾਂ ਨੂੰ ਹੀ ਪਾਰਟੀ ਨਵਾਜਿਆ ਹੈ। ਦੂਜੇ ਪਾਸੇ ਤੁਸੀਂ ਦੇਖੋ ਨਾ, ਦੂਜੇ ਪਾਸੇ ਕਾਂਗਰਸ ਵਾਲਿਆਂ ਦੀ ਗੱਲ ਕਰ ਲਓ। ਕਾਂਗਰਸ ਸਰਕਾਰ ਹੁਣ ਮੌਜੂਦਾ ਸਰਕਾਰ ਸੀਗੀ, ਉਹਦੇ ਵਿੱਚ 90 ਤੋਂ ਧਰਮਸੋ ਸੀ ਜਿਨ੍ਹਾਂ ਤੇ 64 ਕਰੋੜੀ SC ਭਾਈਚਾਰੇ ਦੇ ਪੈਸੇ ਹੜੱਪਣ ਦਾ ਕੇਸ ਸੀਗਾ।
ਔਰ ਉਹਨਾਂ ਨੂੰ ਉਹ ਕੈਬਨਿਟ ਮੰਤਰੀ ਉਹਦੇ ਵਿੱਚ ਬਣਾਇਆ ਜਾਂਦਾ ਤੇ ਉਹਨਾਂ ਨੂੰ ਫੇਰ ਟਿਕਟ ਦਿੱਤੀ ਜਾਂਦੀ ਹੈ, ਜਦਕਿ ਉਹਨਾਂ ਨੂੰ ਕੈਬਨਿਟ ਤੋਂ ਹਟਾਇਆ ਵੀ ਜਾਂਦਾ ਆ। ਦੂਜੇ ਪਾਸੇ ਪਟਿਆਲੇ ਦੀ ਮਦਨ ਲਾਲ ਜਲਾਲਪੁਰ ਹੈ, ਜਿਨ੍ਹਾਂ ਦੇ ਉੱਤੇ ਸ਼ਰਾਬ ਦਾ ਜਾਲੀ ਸ਼ਰਾਬ ਬਣਾਉਣ ਦਾ ਇਲਜ਼ਾਮ ਲੱਗਿਆ, ਜਿਹਦੇ ਨਾਲ 150 ਦੇ ਕਰੀਬ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਤਰਨਤਾਰਨ ਉਹਦੇ ਵਿੱਚ ਮੁੱਖ ਕੇਂਦਰ ਸੀਗਾ, ਉਹਨਾਂ ਨੂੰ ਵੀ ਇਹਨਾਂ ਨੇ ਟਿਕਟ ਦੇ ਕੇ ਭੇਜਿਆ ਆ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਆਲਰੇਡੀ ਬਿਕਰਮਜੀਤ ਸਿੰਘ ਮਜੀਠੀਆ ਆਲਰੇਡੀ ਡਰੱਗਸ ਦੇ ਕੇਸ ਦੇ ਵਿੱਚ, ਐਡੇ ਵੱਡੇ ਡਰੱਗਸ ਦੇ ਕੇਸ ਦੇ ਵਿੱਚ ਸੀਗੇ, ਜਿਨੇ ਪੂਰੇ ਪੰਜਾਬੀਅਤ ਦਾ ਨਾਮ ਪੂਰੇ ਮੁਲਕ ਤੇ ਬਦਨਾਮ ਕੀਤਾ ਹੋਵੇ, ਉਹ ਕੇਸ ਦੇ ਵਿੱਚ ਉਹ ਇਸ ਸਾਰੇ ਤੋਂ ਉਹਨਾਂ ਨੂੰ ਟਿਕਟ ਦਿੱਤੀ। ਸੋ ਕੀ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੇ ਵੀ ਹੈਗੇ ਨੇ ਪਰ ਬਾਕੀਆਂ ਜ਼ਿਆਦਾ ਨੇ? ਕਿਉਂਕਿ ਜਿੰਨੇ ਤੁਸੀਂ ਗੱਲ ਕੀਤੇ, ਚਾਹੇ 420 ਦੀ ਧਾਰਾ ਹੋਵੇ, ਚਾਹੇ ਧੋਖਾਧੜੀ, ਕੁੱਟਮਾਰ, ਇਹੋ ਜਿਹੇ ਸਾਰੇ ਕੇਸ ਆਮ ਆਦਮੀ ਪਾਰਟੀ ਦੇ ਵੀ ਕੈਂਡੀਡੇਟਸ ਦੇ ਖਿਲਾਫ ਹੈ। ਤੁਸੀਂ ਇਹ ਜਸਟੀਫਾਈ ਇਹ ਕਰਕੇ ਕਹਿ ਰਹੇ ਹੋ ਕਿ ਸਾਡੇ ਨਾਲੋਂ ਵੱਧ ਦੂਜੀ ਪਾਰਟੀਆਂ 'ਚ ਨੇ ਇਹੋ ਜਿਹੇ? ਨਹੀਂ, ਦੇਖੋ ਮੈਂ ਤੁਹਾਨੂੰ ਫੇਰ ਬਾਰ-ਬਾਰ ਇੱਕ ਗੱਲ ਕਹਿਣਾ ਚਾਹੁੰਦਾ ਆ ਕਿ ਠੀਕ ਹੈ, ਜੇ ਤੁਹਾਨੂੰ ਤੁਸੀਂ ਇਲੈਕਸ਼ਨ ਕਮਿਸ਼ਨ ਨੇ ਇਹ ਗੱਲ ਕਹੀ ਹੈ ਵੀ ਸਾਡੇ ਉੱਤੇ ਕੋਈ ਕ੍ਰਿਮੀਨਲ ਕੇਸਸ ਹੈਗੇ ਆ, ਪਰ ਤੁਸੀਂ ਇੱਕ ਵੀ ਬੰਦਾ ਅਜਿਹਾ ਕੋਈ ਬੰਦਾ ਨਹੀਂ ਦਿਖਾ ਸਕਦੇ ਜਿਹਦੇ ਉੱਤੇ ਡਰੱਗਸ ਦਾ ਕੇਸ ਹੋਵੇ, ਜਿਹਦੇ ਉੱਤੇ ਰੇਪ ਦਾ ਕੇਸ ਹੋਵੇ, ਜਿਹਦੇ ਉੱਤੇ ਕਿਸੇ ਮਰਡਰ ਦਾ ਕੇਸ ਘੱਟ ਹੈ, ਮਰਡਰ ਦਾ ਕੇਸ ਉਸ ਤੋਂ ਛੋਟਾ ਹੈ ਜੀ। ਮੈਂ ਤੁਹਾਨੂੰ ਹੁਣੇ ਅਜਨਾਲਾ ਦੇ ਉਮੀਦਵਾਰ ਦਾ ਐਗਜ਼ਾਮਪਲ ਦਿੱਤਾ, ਕੀ ਉਹ ਛੋਟਾ ਹੈ ਕੇਸ? ਜੀ ਨਹੀਂ, ਮੈਂ ਦੇਖੋ ਨਾ, ਮੈਂ ਤੁਹਾਨੂੰ ਫੇਰ ਉਹੀ ਗੱਲ ਕਹਿਣਾ ਆ ਕਿ ਜਿਹੜਾ ਉਹਨਾਂ ਦੇ ਕੇਸ ਉੱਤੇ ਲੱਗਿਆ ਆ, ਮੈਨੂੰ ਉਹਨਾਂ ਦੇ ਕੇਸ ਬਾਰੇ ਬਹੁਤੀ ਜਾਣਕਾਰੀ ਨਹੀਂ ਵੀ ਉਹਨਾਂ ਦੇ ਕੇਸ ਨੂੰ ਕਿਵੇਂ ਉਹ ਕੀ ਕਰ ਰਹੇ ਆ, ਪਰ ਜਿਹੜੇ ਚਰਚਿਤ ਕੇਸ ਆ, ਜਿਹਨੂੰ ਪੂਰੀ ਦੁਨੀਆ ਜਾਣਦੀ ਹੈ, ਜਿਨ੍ਹਾਂ ਦੇ ਬਾਰੇ ਪੂਰਾ ਪੰਜਾਬ ਨਹੀਂ ਪੂਰੇ ਮੁਲਕ ਜਾਣਦਾ ਆ, ਜਿਹੜੇ ਉਹ ਕੇਸਾਂ 'ਚ ਇਨਵੋਲਵ ਪਿਆ, ਤੇ ਉਹ ਬੰਦਿਆਂ ਨੂੰ ਟਿਕਟ ਦੇ ਕੇ ਤੁਸੀਂ ਪੰਜਾਬ ਦੀ ਕਿਹੜੀ ਅੱਗੇ ਤੁਸੀਂ ਗੱਲ ਕਰ ਰਹੇ ਹੋ ਵੀ ਪੰਜਾਬ ਅੱਗੇ ਜਾਊਗਾ? ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਹੈ, ਉਹ ਕਿਵੇਂ ਕਹਿ ਸਕਦਾ ਮੈਂ ਪੰਜਾਬ ਮਾਡਲ ਲੈ ਕੇ ਆਊਂਗਾ? ਉਹ ਕਿਵੇਂ ਕਹਿ ਸਕਦਾ ਮੈਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਊਂਗਾ? ਤੁਸੀਂ ਦੇਖੋ ਨਾ, ਜਿਹੜੇ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਇਹ ਸਵਾਲ ਆ ਬਹੁਤ ਵੱਡਾ, ਸੁਣਨ ਵਾਲੇ ਲੋਕਾਂ ਨੂੰ ਵੀ ਪਤਾ ਇਸ ਬਾਰੇ, ਜਿਹੜੇ ਲੋਕ ਅੱਜ ਪੰਜਾਬ ਤੇ ਦੇਖ ਰਹੇ ਆ ਉਹਨਾਂ ਨੂੰ ਵੀ ਪਤਾ ਇਸ ਬਾਰੇ ਕਿ ਜਿਹੜੇ ਕੇਸਾਂ ਦੇ ਵਿੱਚ ਜਿਹਨੇ ਪੰਜਾਬੀਅਤ ਨੂੰ ਖਰਾਬ ਕੀਤਾ ਹੋਵੇ, ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਕਾਂਗਰਸ ਦੀ ਪਾਰਟੀ ਹੈ, ਪਿਛਲੇ 25 ਸਾਲਾਂ ਤੋਂ ਇਹਨਾਂ ਨੇ ਜਿਹੜਾ ਮਾਫੀਆ ਰਾਜ ਲੈ ਕੇ ਆਉਂਦਾ, ਜਿਹੜੇ ਕੇਸਸ ਦੇ ਵਿੱਚ ਆਉਂਦੇ ਨੇ, ਬਿਕਰਮਜੀਤ ਸਿੰਘ ਮਜੀਠੀਏ ਦੇ ਸ਼ਹਿਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਪਿਓ ਆਪਣੀ ਧੀ ਨੂੰ ਬਚਾਉਣ ਜਾਂਦਾ ਤੇ ਸ਼ਰੇਆਮ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਵੀ ਅੱਗੇ ਇਹਨਾਂ ਨੇ ਅਹੁਦੇਦਾਰੀਆਂ ਦੇ ਕੇ ਉਹਨਾਂ ਨੂੰ ਅੱਗੇ ਲਿਆਂਦਾ ਹੋਇਆ। ਸੋ ਇਹ ਤਾਂ ਸਾਥ ਦੋਨੋਂ ਪਾਰਟੀਆਂ ਦੇ ਵਿੱਚ ਜਿੰਨੇ ਵੀ ਉਮੀਦਵਾਰ ਹੈ, ਉਹ ਸਾਰੇ ਕਿਸੇ ਨਾ ਕਿਸੇ ਮਾਫੀਆ ਦੇ ਨਾਲ ਜੁੜੇ ਹੋਏ ਆ। ਇਹਨਾਂ ਨੂੰ ਜਵਾਬ ਤਾਂ ਦੇਣਾ ਪਊਗਾ ਨਾ। ਹੁਣ ਮਜੀਠੀਆ ਜੀ ਫੇਸ ਕਰ ਰਹੇ ਆ, ਐਡਾ ਵੱਡਾ ਕੇਸ ਹੈ, ਹਾਈ ਕੋਰਟ ਨੇ ਉਹਨਾਂ ਦੀ ਇੱਕ ਵਾਰੀ ਜ਼ਮਾਨਤ ਪਹਿਲਾਂ ਰੱਦ ਕਰਕੇ 3 ਦਿਨ ਦੀ ਹੁਣ ਸਟੇ ਦਿੱਤੀ ਹੈ। ਉਦੋਂ ਇਹਨਾਂ ਨੇ ਲੱਡੂ ਵੰਡੇ, ਉਦੋਂ ਇਹਨਾਂ ਨੇ ਢੋਲ ਢਮੱਕੇ ਵਜਾਏ, ਜਦੋਂ ਕਿ ਐਡਾ ਵੱਡਾ ਨਾਮ ਪੂਰੇ ਪੰਜਾਬ ਦੇ ਵਿੱਚ ਬਦਨਾਮ ਹੋਇਆ ਸੀ ਬਿਕਰਮਜੀਤ ਸਿੰਘ ਮਜੀਠੀਆ। ਠੀਕ ਹੈ ਯਾਦਵਿੰਦਰ ਜੀ, ਫਿਰ ਜਵਾਬ ਲੈ ਲੈਣੇ। ਸ਼੍ਰੋਮਣੀ ਅਕਾਲੀ ਦਲ ਤੋਂ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਸ਼ਾਮਿਲ ਨੇ, ਬਾਰ-ਬਾਰ ਮਜੀਠੀਆ ਜੀ ਦੀ ਇਹ ਗੱਲ ਕਰ ਰਹੇ ਨੇ, ਬਿਕਰਮਜੀਤ ਸਿੰਘ ਮਜੀਠੀਆ ਦੇ। ਡਰੱਗਸ ਪੰਜਾਬ ਦਾ ਬਹੁਤ ਵੱਡਾ ਮੁੱਦਾ, ਇਹ 'ਚ ਕੋਈ ਸ਼ੱਕ ਨਹੀਂ ਹੈ। NCRB ਰਿਪੋਰਟ ਹਰ ਵਾਰ ਕਹਿੰਦੀ ਹੈ ਕਿ ਸਭ ਤੋਂ ਵੱਧ ਡਰੱਗਸ ਦੇ ਮਾਮਲੇ ਜਿਹੜੇ ਨੇ, ਕੇਸ ਰਜਿਸਟਰ ਹੁੰਦੇ ਨੇ, ਉਹ ਪੰਜਾਬ 'ਚ ਹੁੰਦੇ ਨੇ ਦੇਸ਼ 'ਚ। ਕੀ ਕਹੋਗੇ ਮਜੀਠੀਆ ਜੀ ਬਾਰੇ? ਦੇਖੋ ਜੀ, ਸਭ ਤੋਂ ਪਹਿਲੀ ਗੱਲ, ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਸਬੂਤ, ਕੋਈ ਫੈਕਟ ਇਹਨਾਂ ਕੋਲ ਹੈ ਹੀ। ਰਾਤੋਂ ਰਾਤ ਇਲੀਗਲ ਤਰੀਕੇ ਦੇ ਨਾਲ DGP ਲਾਇਆ ਜਾਂਦਾ। DGP ਕਿਵੇਂ ਲਾਇਆ ਜਾਂਦਾ ਤੁਹਾਨੂੰ ਵੀ ਪਤਾ। ਜਿਹੜਾ ਪੈਨਲ ਬਣਦਾ ਉਹਦੇ ਵਿੱਚ ਚੱਟੋਪਾਧਿਆਏ ਸਾਹਿਬ ਦਾ ਨਾਮ ਹੀ ਨਹੀਂ। ਜਿਹੜੇ DGP ਸਾਹਿਬ ਨੇ ਉਹ PO ਦੇ ਨਾਲ ਕਿਵੇਂ ਗੱਲ ਕਰ ਰਹੇ ਨੇ? DGP ਸਾਹਿਬ ਖੁਦ PO ਦੇ ਨਾਲ ਗੱਲ ਕਰਕੇ ਕਿਹੋ ਜਿਹੀਆਂ ਡੀਲਿੰਗਾਂ ਕਰ ਰਹੇ ਨੇ, ਆਡੀਓ ਟੇਪ ਅਸੀਂ ਤੇ ਨਹੀਂ ਨਾ ਜਾਰੀ ਕੀਤੀ, ਖੁਦ ਤੁਹਾਡੇ ਸਾਹਮਣੇ ਆਈ ਹੈ। ਦੂਸਰੀ ਗੱਲ, ਕਿਵੇਂ ਪੋਲੀਟੀਕਲ ਵੈਂਡੇਟਾ, ਪੋਲਿਟਿਕਸ ਦੇ ਤਹਿਤ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਫਸਾਇਆ ਜਾਂਦਾ, ਇਹ ਵੀ ਤੁਹਾਡੇ ਸਾਹਮਣੇ ਸਾਰੇ ਫੈਕਟਸ ਆਉਂਦੇ ਨੇ। ਵਿਦਆਊਟ ਕੋਰਟ ਆਰਡਰ ਪੁਲਿਸ ਰੇਡ ਮਾਰਨ ਜਾਂਦੀ ਹੈ ਤੇ ਖਹਿਰੇ ਵਾਰੀ ਚੁੱਪ ਕਰ ਜਾਂਦੀ ਹੈ। ਸੁਖਪਾਲ ਸਿੰਘ ਖਹਿਰੇ ਨੇ ਆਪੋਜੀਸ਼ਨ ਦੇ ਵਿੱਚ ਰਹਿ ਕੇ ਸਭ ਕੁਝ ਕੀਤਾ, ਆਮ ਆਦਮੀ ਪਾਰਟੀ ਤੱਕ ਛੱਡਤੀ, ਤਾਂ ਵੀ ਉਹਦੀ MLA-ਸ਼ਿਪ ਦੀ ਸਦੱਸਤਾ ਕਿਉਂ ਨਹੀਂ ਰੱਦ ਹੋਈ ਜੀ? ਇਹ ਸਾਰੇ ਰਲਵੇਂ ਮਿਲਵੇਂ ਗੇਮ ਖੇਡੇ। ਸਿੱਧੂ ਮੂਸੇਵਾਲਾ ਜਿਹੜਾ ਇਹਨਾਂ ਨੇ ਕੈਂਡੀਡੇਟ ਐਲਾਨਿਆ, ਉਹ ਆਰਮਸ ਐਕਟ ਦੇ ਵਿੱਚ ਫੜਿਆ ਗਿਆ, ਉਹਨੂੰ ਕਿੱਦਾਂ ਇਹਨਾਂ ਨੇ ਬਾਹਰ ਕੱਢਿਆ। ਦੂਜਾ ਚੰਨੀ ਹਨੀ ਐਂਡ ਮਨੀ, ਬਾਈ ਜੀ ਕਹਿ ਦੇਣ ਵੀ ਜਿਹੜਾ 10 ਕਰੋੜ ਰੁਪਇਆ ਫੜਿਆ ਗਿਆ, ਕਹਿ ਦੇਣ ਵੀ ਉਹਦਾ ਹਨੀ ਦਾ ਤੇ ਚੰਨੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਕਹਿ ਦੇਣ ਠੀਕ ਹੈ ਅਰਸ਼ਪ੍ਰੀਤ ਜੀ, ਜਵਾਬ ਲੈ ਲੈਣੇ ਆ। ਕੀ ਹਨੀ 24 ਘੰਟੇ CM ਸਾਹਿਬ ਦੇ ਨਾਲ ਨਹੀਂ ਘੁੰਮਦਾ ਸੀ? ਕੀ ਕਹਿ ਦੇਣ ਕਿ ਸਾਰੀਆਂ ਡੀਲਿੰਗਾਂ ਹਨੀ ਨਹੀਂ ਕਰਦਾ ਸੀ?
ਤੁਸੀਂ ਐ ਕਰਿਓ ਜੀ, ਮੈਂ ਤੁਹਾਨੂੰ ਇੱਕ ਗੱਲ ਕਰਦਾ ਜੀ, ਮੈਂ ਇਹ ਉਹਨਾਂ ਦੇ ਕੋਲ ਇਲਜ਼ਾਮ ਨਹੀਂ ਲਾਉਂਦਾ, ਤੁਸੀਂ ਸਕਰੀਨਸ਼ਾਟ ਲੈ ਕੇ ਹਨੀ ਨੂੰ ਪੁੱਛ ਲਓ, ਤੂੰ ਇਸ ਬੰਦੇ ਨੂੰ ਜਾਣਦਾ ਹੈ ਮੇਰੇ ਬਾਰੇ। ਠੀਕ ਹੈ, ਚਲੋ ਆਪਾਂ ਜਵਾਬ ਲੈ ਲੈਂਦੇ ਆ। ਇੱਕ ਮਿੰਟ ਅਰਸ਼ਪ੍ਰੀਤ ਜੀ, ਮੈਨੂੰ ਇੱਕ ਸਵਾਲ ਤੁਹਾਨੂੰ ਇਹ ਵੀ ਮੈਂ ਪੁੱਛ ਲੈਣ ਦਿਓ। ਤੁਹਾਨੂੰ ਦੱਸ ਦੂੰਗਾ, ਜੀ ਮੈਂ ਤੁਹਾਨੂੰ ਇੰਨੀ ਗੱਲ ਦੱਸ ਦੂੰਗਾ, ਹਨੀ 24 ਘੰਟੇ ਸੀਐਮ ਸਾਹਿਬ ਦੇ ਨਾਲ, ਜਿੰਨਾ 2 ਨੰਬਰ ਵਾਲਾ ਬੈਕਡੋਰ ਐਂਟਰੀ ਹੈ ਉਹ ਸਾਰਾ ਹੀ ਉਹ ਸਾਂਭਦਾ ਸੀ। ਇਸ ਗੱਲ ਤੇ ਆਨੇ ਜੀ। ਅਰਸ਼ਪ੍ਰੀਤ ਜੀ ਕੀ ਕਹਿਣਾ ਚਾਹ ਰਹੇ ਹੋ? ਆ ਫੋਟੋ ਦਿਖਾਓ ਦਰਸ਼ਕਾਂ ਨੂੰ ਜ਼ਰਾ ਪਹਿਲਾਂ। ਜੀ ਜੀ ਬਿਲਕੁਲ ਦਿਖ ਰਹੀ ਹੈ, ਕੀ ਕਹਿਣਾ ਚਾਹੁੰਦੇ ਹੋ? ਆ ਫੋਟੋ ਤੁਹਾਨੂੰ ਮੈਂ ਹੋਰ ਦਿਖਾਉਣਾ ਚਾਹਣਾ ਹੈ, ਕੁਝ ਫੋਟੋਜ਼ ਹੈ ਬੜੀਆਂ ਇੰਪੋਰਟੈਂਟ ਹੈ ਤੇ ਇਹ ਮੈਂ ਕੁਝ ਖੁਲਾਸੇ ਕਰਨ ਜਾ ਰਿਹਾ। ਨੰਬਰ 1 ਜੀ ਆ ਫੋਟੋਜ਼ ਦੇਖੋ ਕਿਹੜਾ। ਜੀ ਫੋਟੋਜ਼ ਦਿਖ ਰਹੀਆਂ, ਤੁਸੀਂ ਨਾਲ ਲੈ ਕੇ ਦੱਸੋ ਕੀ ਕਹਿਣਾ ਚਾਹੁੰਦੇ ਹੋ ਨਾਲ। ਇਹ ਗੁਰਦੀਪ ਰਾਣੂ ਨਾਲ ਫੋਟੋ ਹੈ ਜਿਨ੍ਹਾਂ ਕੋਲੋਂ 30 ਕਿਲੋ ਹੈਰੋਇਨ ਫੜੀ ਗਈ। ਦੂਜੀ ਉਹ ਤੇ ਯਾਰ ਤੁਹਾਡਾ ਉਹ ਸ਼ਾਮਲ ਹੋ ਚੁੱਕਾ, ਤੁਹਾਡੀ ਕਾਂਗਰਸ ਚ ਉਹ ਤਾਂ ਜੀ ਗੁਰਪ੍ਰੀਤ ਜੀ ਇਹਨਾਂ ਨੂੰ ਕੱਲ ਪੂਰੀ ਕਰ ਲੈਣ ਦੋ, ਫਿਰ ਤੁਹਾਡੇ ਕੋਲ ਆਉਂਦੇ ਹਾਂ। ਤੁਸੀਂ ਗੱਲ ਕਰਦੇ ਹੋ ਗੁਰਦੀਪ ਰਾਣੋ ਤੁਹਾਡੇ ਅੰਕਿਤ ਬਾਂਸਲ ਦੇ ਨਾਲ ਵੀ ਫੋਟੋਆਂ ਨੇ, ਕਹਿੰਦੇ ਉਹ ਨਹੀਂ ਹੈਗੀਆਂ ਵਿੱਚ ਬੋਲਣ ਦਾ ਫਾਇਦਾ। ਠੀਕ ਹੈ ਗੁਰਪ੍ਰੀਤ ਜੀ, ਗੱਲ ਪੂਰੀ ਕਰ ਲੈਣ ਦੋ, ਫਿਰ ਤੁਹਾਡੇ ਕੋਲ ਵਾਪਸ ਆਣਾ ਜੀ। ਥੈਂਕ ਯੂ। ਹੁਣ ਆ ਫੋਟੋ ਹੈਗੀ ਹੈ ਅਨਵਰ ਮਸੀਹ ਨਾਲ, ਜਿਨ੍ਹਾਂ ਤੋਂ 101 ਕਿਲੋ ਹੈਰੋਇਨ ਫੜੀ ਜਾਂਦੀ ਹੈ, 194 ਕਿਲੋ ਹੈਰੋਇਨ। ਆ ਹੈਗੀ ਹੈ ਬਿੱਟੂ ਔਲਖ ਨਾਲ ਜਗਦੀਸ਼ ਭੋਲਾ ਕੇਸ ਦੇ ਵਿੱਚ ਲੱਡੂ ਖਵਾ ਰਹੇ ਨੇ ਮਜੀਠੀਆ ਸਾਹਿਬ ਨੂੰ, ਬੜੇ ਖੁਸ਼ ਲੱਗ ਰਹੇ ਮਜੀਠੀਆ ਸਾਹਿਬ ਫੋਟੋ 'ਚ। ਤੇ ਇੱਕ ਆ ਹੈਗੀ ਹੈ ਫੋਟੋ ਵਿਦ ਸਤਪ੍ਰੀਤ ਸੱਤਾ ਜਗਦੀਸ਼ ਭੋਲਾ ਕੇਸ। ਆ ਫੋਟੋ ਦੇਖ ਲਿਓ, ਬੜੀ ਜ਼ਰੂਰੀ ਹੈ। ਦੂਜੀ ਗੱਲ, ਇਹਨਾਂ ਨੇ ਸਰਕਾਰ ਤੇ ਸਵਾਲ ਚੱਕਤੇ, ਪ੍ਰਸ਼ਨ ਚਿੰਨ੍ਹ ਚੱਕਤੇ, ਡੀਜੀਪੀ ਤੇ ਚੱਕਤੇ, ਹਾਈ ਕੋਰਟ ਤੇ ਤਾਂ ਨਹੀਂ ਤੁਸੀਂ ਚੱਕ ਸਕਦੇ। ਤੁਹਾਡੀ ਬੇਲ ਜਿਹੜੀ ਹੈ ਖਾਰਿਜ ਕੀਤੀ ਹੈ ਤੇ ਲਿਖਿਆ ਆਰਡਰ ਦੇ ਵਿੱਚ ਲਿਖਿਆ ਹੈ ਕਿ there was no merit at all whatsoever to award the concession of bail। ਕੋਈ ਮੈਰਿਟ ਹੀ ਨਹੀਂ ਸੀਗਾ ਕੇਸ ਦੇ ਵਿੱਚ, ਐਵੀਡੈਂਸ ਵੀ ਪੁਖਤਾ ਹੈ, ਵਿਟਨੈਸਸ ਵੀ ਕ੍ਰੈਡੀਬਲ ਹੈ ਤੇ ਪੂਰਾ ਵਧੀਆ ਕੇਸ ਹੈ। ਤੇ ਇੱਕ ਗੱਲ ਨੂੰ ਯਾਦ ਰੱਖੋ, ਜਿਹੜਾ ਸੈਕਸ਼ਨ 37 ਹੈ ਨਾ ਐਨਡੀਪੀਐਸ ਐਕਟ ਦਾ, ਉਹਨੂੰ ਤੁਹਾਨੂੰ ਤੋੜਨਾ ਪੈਣਾ ਹੈ। ਤੇ ਉਹਦੇ ਵਿੱਚ ਲਿਖਿਆ ਹੋਇਆ ਕਿ ਸੈਕਸ਼ਨ 27A ਬਹੁਤ ਸੀਰੀਅਸ ਆਫੈਂਸ ਹੈ ਜਿਹੜਾ ਮਜੀਠੀਆ ਸਾਹਿਬ ਦੇ ਖਿਲਾਫ ਰਜਿਸਟਰਡ ਹੈ। 25, 27A ਤੇ 29 ਐਨਡੀਪੀਐਸ ਐਕਟ। ਤਾਂ ਤੁਸੀਂ ਪਹਿਲਾਂ ਮਜੀਠੀਆ ਸਾਹਿਬ ਦੀ ਟੈਨਸ਼ਨ ਲਓ, ਉਦੋਂ ਬਾਅਦ ਸਾਡੀ ਗੱਲ ਕਰਿਓ। ਦੂਜੀ ਗੱਲ, ਅੱਛਾ ਉਹ ਕਹਿ ਰਹੇ ਨੇ ਗੁਰਦੀਪ ਰਾਣੋ ਜੀ ਤਾਂ ਕਾਂਗਰਸ 'ਚ ਸ਼ਾਮਿਲ ਹੋ ਗਏ ਨੇ, ਅਰਸ਼ਪ੍ਰੀਤ ਉਹਦੇ ਬਾਰੇ ਕੀ ਕਹੋਗੇ? ਗੁਰਦੀਪ ਰਾਣੋ ਦੀ ਆ ਫੋਟੋ ਅੰਕਿਤ ਬਾਂਸਲ ਦੇ ਨਾਲ 2020 ਦੇ ਵਿੱਚ ਉਹਨੇ ਆਪਣੇ ਫੇਸਬੁੱਕ ਤੇ ਅਪਲੋਡ ਕੀਤੀ ਹੈ, ਜਿਹਦੇ ਤੇ ਤੁਸੀਂ ਸਵਾਲ ਚੁੱਕ ਰਹੇ ਹੋ, ਕੋਈ ਤੁਹਾਡੀ ਪਾਰਟੀ ਦਾ ਹੀ ਨੁਮਾਇੰਦਾ ਹੈ, ਇਹਦੇ ਬਾਰੇ ਤੁਹਾਡਾ ਕੀ ਸਟੈਂਡ ਹੈ? ਹਾਂਜੀ ਅਰਸ਼ਪ੍ਰੀਤ ਜੀ ਰਾਣੂ ਬਾਰੇ ਜਵਾਬ ਦਿਓ। ਅਰਸ਼ਪ੍ਰੀਤ ਜੀ ਤੋਂ ਜਵਾਬ ਲੈ ਲਈਏ, ਗੁਰਪ੍ਰੀਤ ਜੀ ਜਵਾਬ ਲੈ ਲਈਏ ਅਰਸ਼ਪ੍ਰੀਤ ਤੋਂ, ਦੇ ਓਐਸਡੀ ਦੇ ਨਾਲ ਹੈ, ਕਾਂਗਰਸ ਤੋਂ ਜਵਾਬ ਲੈ ਲਈਏ, ਜਵਾਬ ਸੁਣ ਲਈਏ ਗੁਰਪ੍ਰੀਤ ਜੀ। ਜੀ ਜਵਾਬ ਦਿਓ ਜੀ ਰਾਣੂ ਬਾਰੇ। ਰੱਖਿਆ ਕਰੋ, ਜਦੋਂ ਵਾਰੀ ਆਉਂਦੀ ਉਦੋਂ ਬੋਲਿਆ ਕਰੋ। ਜੀ ਜਵਾਬ ਦਿਓ ਰਾਣੂ ਜੀ ਬਾਰੇ ਅਰਸ਼ਪ੍ਰੀਤ। ਇਸ਼ਰਤ ਜੀ ਤੁਸੀਂ ਇੱਕ ਚੀਜ਼ ਗਲਤ ਕਹੀ ਕਿ 36 ਕੈਂਡੀਡੇਟਸ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ, 65 ਕੈਂਡੀਡੇਟਸ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ। 6 ਸੀਟਾਂ ਜਿਹੜੀਆਂ ਲੁਧਿਆਣੇ ਤੇ ਕੰਟੈਸਟ ਕਰ ਰਹੇ ਆ, 6 ਦੀਆਂ 6 ਜਿਹੜੇ ਕੈਂਡੀਡੇਟਸ ਨੇ ਹੈਵ ਅ ਕ੍ਰਿਮੀਨਲ ਬੈਕਗ੍ਰਾਉਂਡ। ਅਮਿਤ ਰਤਨ ਜਿਹੜੇ ਆ ਬਠਿੰਡਾ ਰੂਰਲ ਤੋਂ ਲੜ ਰਹੇ ਨੇ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕੱਢਿਆ ਸੀ ਕਰਪਸ਼ਨ ਚਾਰजेस ਦੇ ਬੇਸਿਸ ਤੇ। ਦਿੱਲੀ ਦੀ ਡੀਆਰ ਰਿਪੋਰਟ ਆਉਂਦੀ ਹੈ ਕਿ ਫ੍ਰੈਂਡਲੀ ਵਿੱਚ ਗੋਲੀਆਂ ਯਾਦਵਿੰਦਰ ਜੀ ਤੁਹਾਡੇ ਕੋਲ ਆਉਂਗਾ, ਯਾਦਵਿੰਦਰ ਜੀ 1 ਮਿੰਟ ਤੁਹਾਡੇ ਕੋਲ ਆਉਂਗਾ ਜੀ। ਅਰਸ਼ਪ੍ਰੀਤ ਕੰਪਲੀਟ ਕਰੋ। ਥੈਂਕ ਯੂ। ਇਹਨਾਂ ਨੂੰ ਮਿਊਟ ਕਰ ਦਿਓ। ਯਾਦਵਿੰਦਰ ਜੀ 1 ਮਿੰਟ, ਯਾਦਵਿੰਦਰ ਜੀ ਉਹਨੂੰ ਪੂਰੀ ਗੱਲ ਕਰ ਲੈਣ ਦਿਓ, ਤੁਹਾਡੇ ਤੇ ਆਉਂਗਾ। ਯਾਦਵਿੰਦਰ ਜੀ ਤੁਹਾਡਾ ਜਵਾਬ ਲਵਾਂਗੇ, ਐਵੇਂ ਤੁਹਾਡੀ ਆਵਾਜ਼ ਨਹੀਂ ਸੁਣਨੀ। ਅਰਸ਼ਪ੍ਰੀਤ ਨੂੰ ਪੂਰਾ ਕਰ ਲੈਣ ਦਿਓ, ਤੁਹਾਡੀ ਆਵਾਜ਼ ਨਹੀਂ ਆਏਗੀ ਯਾਦਵਿੰਦਰ ਜੀ ਐਵੇਂ। ਅਰਸ਼ਪ੍ਰੀਤ ਪੂਰੀ ਕਰ ਲਓ ਗੱਲ। ਇਸ਼ਰਤ ਮਿਊਟ ਕਰ ਦਿਆ ਕਰੋ ਇਹਨਾਂ ਨੂੰ ਜਦੋਂ। ਨਹੀਂ ਪਲੀਜ਼ ਅਰਸ਼ਪ੍ਰੀਤ ਕੰਟੀਨਿਊ, ਆਈ ਵਿਲ ਡੂ ਮਾਈ ਜੌਬ, ਯੂ ਡੂ ਯੋਰ ਜੌਬ ਪਲੀਜ਼। I am doing my job. If please complete ਕੀ ਕਹਿ ਰਹੇ ਸੀਗੇ? something in between, I won't be able to do ਹਾਂਜੀ my job, right? ਪਲੀਜ਼ ਬੋਲੋ। So please make sure that I'm not interrupted time and again। ਅਰਸ਼ਪ੍ਰੀਤ ਗੱਲ ਪੂਰੀ ਕਰੋ ਪਲੀਜ਼। ਫੈਕਟ ਆਫ ਦਾ ਮੈਟਰ ਇਹ ਹੈ ਕਿ ਆਮ ਆਦਮੀ ਪਾਰਟੀ ਸਟੈਂਡਸ ਐਕਸਪੋਜ਼ਡ। ਇਹਨਾਂ ਦੇ ਦਿੱਲੀ ਦੇ ਵਿੱਚ ਵੀ ਜਿਹੜੇ ਕੈਂਡੀਡੇਟਸ ਨੇ, ADR ਦੀ ਰਿਪੋਰਟ ਕਹਿੰਦੀ ਹੈ, and you can search it as well, Association of Democratic Reforms ਦੀ ਰਿਪੋਰਟ ਕਹਿੰਦੀ ਹੈ ਕਿ 36 sitting MLAs have criminal backgrounds against them। Kapil Mishra alleged that Mr. Kejriwal has been indulging into corruption। ਤੇ ਇਹ ਗੱਲਾਂ ਕਰਦੇ ਆ ਅਸੀਂ ਕਰਪਸ਼ਨ ਫ੍ਰੀ ਕਰਾਂਗੇ, ਅਸੀਂ ਆ ਕਰਾਂਗੇ। ਦਿੱਲੀ ਦੇ ਵਿੱਚ ਇੱਕ ਔਰਤ ਨਹੀਂ ਇਹਨਾਂ ਦੇ ਕੈਬਨਿਟ ਦੇ ਵਿੱਚ, ਇੱਕ ਔਰਤ ਇੱਥੇ ਵਿਮਨ ਐਮਪਾਵਰਮੈਂਟ ਦੀ ਗੱਲ ਕਰਦੇ ਆ। 7-8 ਸਾਲ ਹੋ ਗਏ ਤੁਹਾਨੂੰ ਦਿੱਲੀ 'ਚ ਕਿਸੇ ਔਰਤ ਨੂੰ 1 ਰੁਪਿਆ ਵੀ ਦਿੱਤਾ? ਉੱਥੇ ਉਹਨਾਂ ਦੀ ਨੀਡ ਨਹੀਂ ਹੈ, ਸਫਰ ਨਹੀਂ ਕਰ ਰਹੀਆਂ ਔਰਤਾਂ। ਤੁਸੀਂ ਇੱਥੇ ਗੱਲਾਂ ਕਰਦੇ 1000 ਰੁਪਏ ਦੇਵਾਂਗੇ, ਕਿਵੇਂ ਦਵੋਗੇ? ਵਨ ਦੇ ਹੈਵਨਟ ਬੈਕਡ ਇਟ ਅਪ ਵਿਦ ਰਿਸੋਰਸਸ, ਕਿੱਥੋਂ ਲਿਆਵਾਂਗੇ? ਦੂਜਾ, ਕੈਂਡੀਡੇਟਸ ਔਰਤਾਂ ਕਿੰਨੀਆਂ? ਬੇਅਰਲੀ ਐਨੀ। ਇਹਨਾਂ ਤੋਂ ਜਵਾਬ ਲਓ ਵੀ ਇੱਕ ਵੀ ਔਰਤ ਨੂੰ ਕੈਬਨਿਟ ਦੇ ਵਿੱਚ ਕਿਉਂ ਨਹੀਂ ਰੱਖਿਆ। ਦੂਜਾ, ਮਜੀਠੀਆ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ,
ਆਪਣਾ ਅੱਜ ਪ੍ਰੈਸ ਕਾਨਫਰੰਸ ਵੀ ਕਰ ਰਹੇ ਸੀਗੇ, ਉਹ ਭੁੱਲ ਗਏ ਨੇ ਵੀ ਜਦੋਂ ਬੰਦਾ ਕਟਘਰੇ 'ਚ ਖੜਾ ਹੋਵੇ ਨਾ ਉਹਨੂੰ ਜਵਾਬ ਦੇਣੇ ਪੈਂਦੇ ਆ, ਸਵਾਲ ਨਹੀਂ ਪੁੱਛਣੇ ਹੁੰਦੇ ਜਦੋਂ ਬੰਦਾ ਕਟਘਰੇ 'ਚ ਖੜਾ ਹੁੰਦਾ। ਸੋ ਜਵਾਬ ਦੇਣ, ਕੋਆਪਰੇਟ ਕਰਨ। ਉਹਨਾਂ ਨੂੰ ਬੇਲ ਕਿਉਂ ਰਿਜੈਕਟ ਹੋਈ ਉਹਨਾਂ ਦੀ? ਬਿਕੋਜ਼ ਹੀ ਵਾਸਨਟ ਕੋਆਪਰੇਟਿੰਗ, ਇਨਸਟੈਡ ਥ੍ਰੈਟਨ ਕਰ ਰਹੇ ਸੀਗੇ ਕਮੇਟੀ ਨੂੰ, ਉਹ ਜਿਹੜੀ ਉਹਨਾਂ ਨੂੰ ਆਪਣਾ ਇੰਟਰੋਗੇਟ ਕਰ ਰਹੀ ਸੀ, ਉਹਨਾਂ ਨੂੰ ਥ੍ਰੈਟ ਕਰ ਰਹੀ ਸੀ ਵੀ ਆਹ ਕਰ ਦੂੰਗਾ, ਉਹ ਕਰ ਦੂੰਗਾ। ਔਨ ਦ ਬੇਸਿਸ ਆਫ ਦੈਟ ਇਟ ਹੈਜ਼ ਬੀਨ ਡਿਸਮਿਸਡ। ਹੁਣ ਮੈਂ ਇੱਕ ਚੀਜ਼ ਕਹਿਣਾ ਇਹਨਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ, ਕਿ ਤੁਹਾਨੂੰ ਮੈਂ ਫੋਟੋਜ਼ ਵੀ ਦਿਖਾਤੀਆਂ, ਤੁਹਾਡੇ ਮਜੀਠੀਆ ਸਾਹਿਬ ਦੀ ਬੇਲ ਰਿਜੈਕਟ ਹੋ ਗਈ, ਤੁਸੀਂ ਇਹਨੂੰ ਕਿਵੇਂ ਜਸਟੀਫਾਈ ਕਰ ਲਓਗੇ? ਹਜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਨੂੰ ਕੈਂਡੀਡੇਟ ਐਲਾਨਣਾ ਹੈ। ਪਰ ਅਰਸ਼ਪ੍ਰੀਤ ਜੀ, ਲਾਅ ਆਫ ਨੈਚੁਰਲ ਜਸਟਿਸ ਕਾਂਗਰਸ ਤੋਂ ਬਾਹਰ ਜਿਹੜੇ ਕੈਂਡੀਡੇਟ ਨੇ ਉਹਨਾਂ ਤੇ ਲਾਗੂ ਨਹੀਂ ਹੁੰਦਾ? ਤੁਹਾਡਾ ਲਾਅ ਆਫ ਨੈਚੁਰਲ ਜਸਟਿਸ ਬਾਕੀਆਂ ਤੇ ਲਾਗੂ ਕਿਉਂ ਨਹੀਂ ਹੁੰਦਾ? ਉਹ ਵੀ ਤਾਂ ਅਕਿਊਜ਼ ਨੇ, ਅਜੇ ਕਨਵਿਕਟਸ ਨਹੀਂ ਹੈ। ਤੇ ਮੈਂ ਕਦੋਂ ਕਿਹਾ ਕਨਵਿਕਟਸ ਹੈ? ਮੈਂ ਕਦੋਂ ਕਹਿ ਰਿਹਾ? ਮੈਂ ਤਾਂ ਕਹਿ ਰਿਹਾ ਤੁਸੀਂ ਜੇ ਕਾਂਗਰਸ ਦੇ ਕੈਂਡੀਡੇਟਸ ਨੂੰ ਜਸਟੀਫਾਈ ਕੀਤਾ ਮੈਨੂੰ ਇਹ ਕਹਿ ਕੇ ਕਿ ਲਾਅ ਆਫ ਨੈਚੁਰਲ ਜਸਟਿਸ ਇਹ ਕਹਿੰਦਾ ਹੈ ਕਿ ਜਦ ਤੱਕ ਉਹ ਅਕਿਊਜ਼ ਨੇ, ਕਨਵਿਕਟ ਨਹੀਂ ਹੈ ਤਾਂ ਆਪਾਂ ਕੁਝ ਨਾ ਕਹੀਏ, ਤਾਂ ਫਿਰ ਉਹ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਕਿਉਂ ਨਹੀਂ ਹੁੰਦਾ ਲਾਗੂ? ਤੁਸੀਂ ਉਹਨਾਂ ਨੂੰ ਫਿਰ ਕਿਉਂ ਬਲੇਮ ਕਰ ਰਹੇ ਹੋ? ਜਵਾਬ ਦੇਣਾ। ਪਹਿਲੀ ਗੱਲ ਤਾਂ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਹੈ। ਜੀ। ਦੂਜੀ ਗੱਲ, ਮੈਂ ਨਹੀਂ ਕਿਹਾ ਵੀ ਕਨਵਿਕਟਸ ਨੇ, ਮੈਂ ਸਿਰਫ ਫੈਕਟਸ ਕੋਟ ਕੀਤੇ ਆ। ਤੀਜੀ ਗੱਲ, ਸਾਡੇ ਕੈਂਡੀਡੇਟਸ ਦੇ ਕੇਸਿਸ ਚੱਕ ਲਓ, ਕੰਪੇਅਰ them with the cases pending against these people, ਦੇਖ ਲਓ ਵੀ ਸੀਰੀਅਸਨੈਸ ਕਿਹਦੀ ਹੈ। ਹੁਣ ADR ਦੀ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਬੀਜੇਪੀ ਦੇ more than 30% MPs MLAs have criminal cases pending against them which are against women. नेचर की है रेप, गैंग रेप, abduction, murder, attempt to murder. So how do they justify that? ठीक है, जवाब ले लेने। ਪਾਰਟੀ ਨੂੰ, ਆਮ ਆਦਮੀ ਪਾਰਟੀ ਨੂੰ ਇੱਕ ਹੋਰ ਚੀਜ਼ ਪੁੱਛੋ ਕਿ ਤੁਹਾਨੂੰ ਐਸਐਸਐਮ ਨੇ ਕਿਹਾ ਕਿਸਾਨਾਂ ਨੂੰ ਜਿਨ੍ਹਾਂ ਨੂੰ ਪੋਲਿਟਿਕਸ ਨਹੀਂ ਆਉਂਦੀ, ਜਿਨ੍ਹਾਂ ਨੂੰ ਝੂਠ ਨਹੀਂ ਬੋਲਣਾ ਆਉਂਦਾ, that ਤੁਸੀਂ ਔਰ ਆਪਣਾ ਸਾਨੂੰ 10-15 ਸੀਟਸ ਆਫਰ ਕੀਤੀਆਂ ਤੇ ਬਾਕੀ ਸੀਟਾਂ ਜਿਹੜੀਆਂ ਟਿਕਟਸ ਆ ਤੁਸੀਂ ਪੈਸੇ ਲੈ ਕੇ ਵੇਚ ਰਹੇ ਹੋ। 25-30 ਕਰੋੜ ਸੌਰਵ ਜੈਨ ਨੇ ਕਿਹਾ ਤੇ ਮੈਨੂੰ ਕਹਿੰਦੇ ਡਿਸਕਾਊਂਟ ਤੇ ਦੇ ਰਹੇ ਸੀ 3 ਕਰੋੜ ਦੀ। ਮੈਂ ਕਿਉਂਕਿ ਦੇ ਨਹੀਂ ਸਕਿਆ, my ticket was offered to somebody else। ਠੀਕ ਹੈ, ਜਵਾਬ ਲੈ ਲਈ। ਛੱਡ ਕੇ ਇਹਨਾਂ ਨੂੰ। So ask them these questions। ਜੀ, ਆਮ ਆਦਮੀ ਪਾਰਟੀ, ਯਾਦਵਿੰਦਰ ਜੀ, ਪਹਿਲਾਂ ਤੁਹਾਡਾ ਜਵਾਬ। ਦੇਖੋ, ਇਹਨਾਂ ਨੇ 3-4 ਚੀਜ਼ਾਂ ਦੀਆਂ 3-4 ਗੱਲਾਂ ਕੀਤੀਆਂ ਨੇ, ਮੈਂ ਉਹਨਾਂ ਦਾ ਇੱਕ ਕਰਕੇ ਜਵਾਬ ਦੇਣਾ ਚਾਹੁੰਦਾ ਹਾਂ। ਕਿਰਪਾ ਕਰਕੇ ਇਹਦੀ ਸੁਣਨ ਦੀ ਮਦਦ। ਜੀ ਜੀ, ਇਹਨਾਂ ਨੇ ਪਹਿਲਾਂ ਇਹ ਗੱਲ ਮਿਲੇਗਾ ਕਿ ਪਹਿਲੀ ਗੱਲ ਤਾਂ ਇਹਨਾਂ ਨੇ ਇਹ ਕਹੀ ਹੈ ਕਿ ਦਿੱਲੀ ਦੇ ਵਿੱਚ ਇਹਨਾਂ ਨੇ ਕਰਪਸ਼ਨ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ। ਜੇ ਅਜਿਹੀ ਗੱਲ ਹੁੰਦੀ ਕਿ ਦਿੱਲੀ ਦੇ ਵਿੱਚ 2 ਵਾਰੀ ਆਮ ਆਦਮੀ ਪਾਰਟੀ ਦੀ ਐਡੀ ਵੱਡੀ ਬਹੁਮਤ ਦੀ ਜਿੱਤ ਨਹੀਂ ਹੋ ਸਕਦੀ ਸੀ ਤੇ ਇਹਨਾਂ ਨੂੰ 0 ਸੀਟ ਆਈ ਆ, 0 ਦੋਨੋਂ ਵਾਰੀ 10 ਸਾਲਾਂ 'ਚ ਕਾਂਗਰਸ ਦੀ 0 ਸੀਟ ਆ। ਉੱਥੇ ਦਾ ਇੱਕ ਨਾਰਾ ਹੋ ਚੁੱਕਿਆ ਸੀ, ਜਿਵੇਂ ਸਲਮਾਨ ਖਾਨ ਦੀ ਇੱਕ ਫਿਲਮ ਆਈ ਸੀ ਏਕਤਾ ਟਾਈਗਰ, ਤੇ ਇਹਨਾਂ ਦਾ ਦਿੱਲੀ ਦੇ ਵਿੱਚ ਇਹਨਾਂ ਦੀ ਕਹਿੰਦੇ ਨੇ ਏਕ ਥੀ ਕਾਂਗਰਸ, 0-0-0। ਦੂਸਰੀ ਗੱਲ ਇਹ ਕਰਦੇ ਆ ਵੀ ਔਰਤ ਉਹਨਾਂ ਦੇ ਕੈਬਨਿਟ ਦੇ ਵਿੱਚ ਨਹੀਂ ਹੈਗੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਇਹਨਾਂ ਦੀ ਕੱਲ ਇੱਕ ਲਿਸਟ ਆਈ ਹੈ, ਇਹ ਔਰਤ ਬਾਰੇ ਗੱਲ ਕਰਦੇ ਆ, ਇਹਨਾਂ ਦੀ ਇੱਕ ਕੱਲ ਲਿਸਟ ਆਈ ਹੈ ਜਿਹਦੇ 'ਚ ਇਹਨਾਂ ਨੇ ਆਪਦੇ ਉਮੀਦਵਾਰ ਜਾਰੀ ਕੀਤੇ ਆ। ਉਹਦੇ ਵਿੱਚ 2 ਪਿਛਲੇ ਵਾਰ ਦੀਆਂ ਕੈਂਡੀਡੇਟ ਸੀ, ਸਤਵਿੰਦਰ ਬਿੱਟੀ ਔਰ ਦਮਨ ਬਾਜਵਾ, ਦੋਨਾਂ ਦੀ ਇਹਨਾਂ ਨੇ ਟਿਕਟ ਕੱਟੀ ਹੈ। ਇਹਨਾਂ ਨੇ ਟਿਕਟ ਕੱਟੀ ਹੈ ਨਾ ਦੋਨਾਂ ਦੀ, ਔਰ ਇਹ ਗੱਲ ਕਹਿ ਕੇ ਟਿਕਟ ਕੱਟੀ ਜਾਂਦੀ ਹੈ ਕਿ ਇਹ ਦੋਨੋਂ ਵੂਮੈਨ ਜਿੱਤ ਨਹੀਂ ਪਾ ਰਹੀਆਂ। ਔਰ ਤੀਸਰੀ ਗੱਲ ਜਿਹੜੀ ਇਹ ਗੱਲ ਕਹਿੰਦੇ ਆ ਕਿ ਇਹ 1-1000 ਰੁਪਇਆ ਕਿਵੇਂ ਦੇਣਗੇ, ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਾਂਗਰਸ ਪਾਰਟੀ ਵਾਲਿਆਂ ਨੂੰ, ਅਸੀਂ ਦਵਾਂਗੇ ਜਦੋਂ ਤੁਹਾਡੇ ਜਿਹੜੇ ਮੰਤਰੀ ਜਿਵੇਂ 64 ਕਰੋੜ ਰੁਪਇਆ ਲੋਕਾਂ ਦਾ ਖਾ ਜਾਂਦਾ ਸੀ, ਉਹ 64 ਕਰੋੜ ਰੁਪਇਆ ਬਚਾਵਾਂਗੇ। ਜਿਵੇਂ ਤੁਹਾਡੇ ਲੋਕ ਰੇਤੇ ਦੇ ਵਿੱਚੋਂ ਪੈਸਾ ਖਾ ਜਾਂਦੇ ਆ, ਤੁਹਾਡੇ ਪੰਜਾਬ ਦਾ ਜਿਹੜਾ ਪੈਸਾ ਸੀਗਾ ਪਹਿਲਾਂ ਪਾਕਿਸਤਾਨ ਮਹਿਲਾ ਮੁੱਖ ਮੰਤਰੀ ਦੀ, ਉਹ ਪੈਸੇ ਖਾ ਗਈ ਸਾਰੇ, ਤੇ ਹੁਣ ਮੁੱਖ ਮੰਤਰੀ ਦੇ ਸਾਰਾ ਪੈਸੇ ਖਾ ਗਏ। ਪਹਿਲਾਂ ਗੱਲ ਚੱਲੀ ਸੀ ਇਹਨਾਂ ਦਾ ਮੁੱਖ ਮੰਤਰੀ ਬਲੇਮ ਕਰਦਾ ਸੀ ਵੱਡੇ ਵੱਡੇ ਪੋਸਟਰਾਂ ਦੇ ਉੱਤੇ ਲਾ ਕੇ ਵੀ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਪਰ ਹੁਣ ਸਵਾਲ ਇਹ ਉੱਠ ਕੇ ਆਉਂਦਾ ਇਹਨਾਂ ਦੇ ਸਾਹਮਣੇ ਕਿ ਘਰ ਘਰ ਚੱਲੀ ਗੱਲ, ਚੰਨੀ ਕਿਵੇਂ 10 ਕਰੋੜ ਪਹੁੰਚਾਉਂਦਾ ਸਾਰੇ ਵੱਲ? ਇਹਦਾ ਜਵਾਬ ਦੇਣਾ ਇਹ ਕਿਵੇਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ? ਇਹਨਾਂ ਦੇ ਉੱਤੇ ਅਜਿਹੇ ਕੇਸ ਹੈ। ਮੀਟੂ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਆਉਂਦਾ ਆ, ਉਹਦਾ ਜਵਾਬ ਦੇਣ ਇਹ। ਔਰ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੁਬਾਰਾ ਹੁਣ ਫੇਰ ਗੱਲ ਬੋਲੀ ਹੈ। ਔਰ ਐਡਾ ਵੱਡਾ ਤੁਹਾਡਾ ਕੇਸ ਹੋਵੇ, ਦੂਜੇ ਪਾਸੇ ਗਲਾਟੀ ਜੀ ਮੈਡਮ ਹੋਣ ਜਿਨ੍ਹਾਂ ਨੇ ਗੱਲ ਕੀਤੀ ਹੋਵੇ, ਉਹ ਮੀਟੂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਯਾਰ, ਉਹਦੇ ਤੇ ਕੀ ਜਵਾਬ ਦਿੰਦੇ ਨੇ? ਇਹ ਝੂਠੀ ਰਾਜਨੀਤੀ ਕਰਨਾ ਚਾਹੁੰਦੇ ਨੇ, ਇਹ ਸਿਰਫ ਤੇ ਸਿਰਫ ਗੁੰਮਰਾਹ ਕਰਕੇ ਲੋਕਾਂ ਨੂੰ ਰਾਜ ਕਰਨਾ ਚਾਹੁੰਦੇ ਨੇ। ਪੰਜਾਬ ਦੇ ਲੋਕ ਹੁਣ ਬੜੇ ਸਿਆਣੇ ਨੇ, ਅਜਿਹੀਆਂ ਗੱਲਾਂ ਦੇ ਵਿੱਚ ਹੁਣ ਆਉਣ ਨਹੀਂ ਵਾਲੇ।
ਮੈਨੂੰ ਇਹ ਦੱਸਣਾ ਸਤਵਿੰਦਰ ਬਿੱਟੀ ਤੇ ਦਮਨ ਬਾਜਵਾ ਦੀ ਸੀਟ ਕਿਉਂ ਕੱਟੀ? ਜਵਾਬ ਦੇਣਾ ਆਪਾਂ ਰਿਪੀਟ ਨਹੀਂ ਕਰਦੇ ਗੱਲ, ਕੋਈ ਹੋਰ ਗੱਲ ਯਾਦਵਿੰਦਰ ਜੀ ਨਾ ਮੈਂ ਅੱਗੇ ਵਧਦਾ। ਠੀਕ ਹੈ, ਬੀਜੇਪੀ ਤੇ ਇਲਜ਼ਾਮ ਲਾਇਆ ਇਹਨਾਂ ਨੇ, ਕਾਂਗਰਸ ਨੇ, ਕਿ 30% ਤੋਂ ਵੱਧ MP MLAs ਚ ਸੀਰੀਅਸ ਕ੍ਰਿਮੀਨਲ ਕੇਸਿਸ ਨੇ, ਰੇਪ, ਗੈਂਗ ਰੇਪ, ਮਰਡਰ ਵਰਗੇ। ਇਹਦਾ ਜਵਾਬ ਦੇਣਾ ਜੀ ਬੀਜੇਪੀ ਤੋਂ ਕੋਸ਼ਾ ਜੀ। ਵਧੀਆ ਸਪੀਚ ਜੀ ਦੇਤੀ ਹੈ, ਪਰ ਡਿਬੇਟ ਚੱਲ ਰਹੀ ਹੈ, ਮੈਂ ਹਰ ਗੱਲ ਦਾ ਜਵਾਬ ਬੜੇ ਤਰੀਕੇ ਨਾਲ ਦਊਂਗਾ। ਕਾਂਗਰਸ ਵਾਲੇ ਤਾਂ ਪਹਿਲਾਂ ਮੈਂ ਜਵਾਬ ਦਊਂਗਾ। ਇਹਨਾਂ ਨੇ ਅਕਾਲੀ ਦਲ ਦੀਆਂ ਫੋਟੋਆਂ ਵਾਇਰਲ ਕੀਤੀਆਂ, ਮੈਂ ਉਹਨੂੰ ਜਸਟੀਫਾਈ ਨਹੀਂ ਕਰਦਾ, ਉਹ ਅਕਾਲੀ ਦਲ ਵਾਲੇ ਜਵਾਬ ਦੇਣਗੇ ਜਿਹੜੀ ਗੁਰਦੀਪ ਰਾਣੋ ਦੀਆਂ ਫੋਟੋ। ਪਰ ਮੈਨੂੰ ਆਹ ਇੱਕ ਮੈਂ ਖਬਰ ਦਿਖਾਣਾ ਚਾਹੁੰਦਾ ਲੋਕ, ਇਹ ਲਿਖਿਆ ਆਇਆ ਨਿੱਜੀ ਅਖਬਾਰ ਦੀ ਇਹ ਖਬਰ ਵੀ ਜਿਹੜਾ ਗੁਰਦੀਪ ਰਾਣੋ ਸੀ ਇਹਨੂੰ ਪਾਇਲਟ ਗੱਡੀ ਦਿੱਤੀ ਹੋਈ ਸੀ। ਇਹ ਅਕਾਲੀ ਦਲ ਨੂੰ ਗੱਲ ਕਰ ਰਿਹਾ, ਅਕਾਲੀ ਦਲ ਦਾ ਜਵਾਬ ਦੇਣਗੇ। ਪਰ ਮੈਨੂੰ ਇਹ ਦੱਸ ਦਿਓ ਗੁਰਦੀਪ ਰਾਣੋ ਨੂੰ ਜਿਹੜੀ ਪਾਇਲਟ ਦਿੱਤੀ ਹੋਈ ਸੀ ਉਹ ਕਿਹੜੀ ਸਰਕਾਰ 'ਚ ਦਿੱਤੀ ਸੀ? ਉਹ ਤਾਂ ਸਰਕਾਰ ਕਾਂਗਰਸ ਸੀ, ਉਹਨੂੰ ਪਾਇਲਟ ਗੱਡੀ ਕਿਉਂ ਦਿੱਤੀ ਹੋਈ ਸੀ? ਇਹਦਾ ਜਵਾਬ ਕਾਂਗਰਸ ਵਾਲੇ ਬੁਲਾਰੇ ਦੇਣਗੇ। ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਾਂ, ਦੇਖੋ ਆਮ ਆਦਮੀ ਪਾਰਟੀ ਦੂਜੇ ਦੇ ਇਲਜ਼ਾਮ ਲਾਉਂਦੀ ਹੈ, ਜਿਹੜੀਆਂ ਟਿਕਟਾਂ ਵੇਚਣ ਦੇ ਇਲਜ਼ਾਮ ਪਿਛਲੀ ਵਾਰ ਵੀ ਲੱਗੇ ਸੀ, ਇਸ ਵਾਰ ਵੀ ਲੱਗੇ ਆ, ਜਿਸ ਕਰਕੇ ਇਹਨਾਂ ਦੇ ਲੀਡਰਾਂ ਨੂੰ ਉੱਥੋਂ ਭੱਜਣਾ, ਰਾਘਵ ਚੱਡਾ ਜੀ ਨੂੰ ਜਲੰਧਰ ਤੋਂ ਭੱਜਣਾ ਵੀ ਪੈ ਗਿਆ। ਪਟਿਆਲੇ ਦੇ ਵਿੱਚ ਸੌਰਵ ਚੈਨ ਨੇ ਖੁਦ ਕਿਹਾ ਕਿ 2 ਕਰੋੜ ਦੀ ਮੰਗ ਮੇਰੇ ਕੋਲ ਕੀਤੀ ਸੀਗੀ। ਇਹ ਆਪਣਾ ਜਸਟੀਫਾਈ, ਆਪਣੀ ਗੱਲ ਕਿਉਂ ਨਹੀਂ ਦੱਸਦੇ, ਸਾਡੀ ਗੱਲ ਕਿਉਂ ਕਰਦੇ? ਕਿਉਂਕਿ ਇਹਨਾਂ ਨੇ ਆਪਣੇ ਜਿਹੜੇ ਜੁਰਮ ਲੁਕਾਉਣ ਵਾਸਤੇ ਦੂਜੇ ਦੀ ਗੱਲ ਕਰਦੇ। ਮੈਂ ਬਾਰ-ਬਾਰ ਕਹਿੰਦਾ ਭਾਰਤੀ ਜਨਤਾ ਜਿਹੜਾ ਅੱਜ ਪੰਜਾਬ ਦੀ ਸਟੇਟ ਨੂੰ ਮਾਫੀਆ ਸਟੇਟ, ਰੇਤਾ ਮਾਫੀਆ, ਨਸ਼ਾ ਮਾਫੀਆ, ਫਲਾਣਾ ਸੈਂਡ ਮਾਫੀਆ, ਹਰ ਚੀਜ਼ ਦਾ ਮਾਫੀਆ ਬਣਾ ਦਿੱਤਾ ਗਿਆ। ਉਹਨੂੰ ਇੱਕ ਏਦਾਂ ਬਦਨਾਮ ਕਰ ਦਿੱਤਾ ਗਿਆ ਜਿੱਦਾਂ ਬੜੀ ਵੱਡੀ ਚੀਜ਼ ਹੁੰਦੀ ਹੈ। ਪਰ ਮੈਂ ਪੁੱਛਣਾ ਚਾਹੁੰਦਾ, ਜਿਹੜੇ ਆਮ ਆਦਮੀ ਪਾਰਟੀ ਕੀ ਦਿੱਲੀ ਦੇ ਵਿੱਚ ਨਸ਼ਾ ਨਹੀਂ ਹੁੰਦਾ? ਦਿੱਲੀ ਦੇ ਵਿੱਚ ਵੀ ਨਸ਼ਾ ਹੁੰਦਾ, ਦਿੱਲੀ 'ਚ ਵੀ ਮਾਫੀਆ ਬੜੇ ਆ ਗਿਆ। ਪਰ ਇਹਦੇ ਉੱਤੇ ਜਦ ਆਪਾਂ ਨੂੰ ਲਗਾਮ ਪਾਉਣ ਦੀ ਜ਼ਰੂਰਤ ਹੈ। ਅੱਜ ਇਸ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ। ਭਾਰਤੀ ਜਨਤਾ ਪਾਰਟੀ ਕ੍ਰਿਮੀਨਲ ਬੰਦਿਆਂ ਨੂੰ ਜਸਟੀਫਾਈ ਨਹੀਂ ਕਰਦੀ। ਬਾਰ-ਬਾਰ ਮੈਂ ਗੱਲ ਕਹਿੰਦਾ, ਜਿਹੜਾ ਵੀ ਸਾਡੇ ਦੇ ਵਿੱਚ ਸਾਨੂੰ ਲੱਗੂਗਾ ਕਿ ਉਹ ਦੋਸ਼ੀ ਪਾਇਆ ਜਾਊਗਾ, ਅਸੀਂ ਉਹਨੂੰ ਬਾਹਰ ਦਾ ਰਸਤਾ ਦਿਖਾਵਾਂਗੇ। ਪਰ ਕਾਂਗਰਸ ਵਾਲੇ ਖੁਦ ਚੰਨੀ ਸਾਹਿਬ ਮੀ ਟੂ ਦੀ ਗੱਲ ਜਿਹੜੀ ਕਰਦੇ, ਦੇਖੋ ਤੁਹਾਨੂੰ ਯਾਦ ਹੋਣਾ ਜਿਹੜੇ ਮੈਡਮ ਗੁਲਾਟੀ, ਮਨੀਸ਼ਾ ਗੁਲਾਟੀ ਜੀ, ਜਿਹੜੇ ਆਪ ਮੀ ਟੂ, ਜਿਹਨਾਂ ਨੇ ਆਪ ਇਹਨਾਂ ਦੇ ਉੱਤੇ ਇਲਜ਼ਾਮ ਲਗਾਏ ਸੀਗੇ ਕਿ ਮੈਂ ਆਪ ਧਰਨਾ ਲਾਉਂਗੀ, ਤੇ ਬਾਅਦ ਚ ਜਦੋਂ CM ਸਾਹਿਬ ਬਣ ਗਏ ਤੇ ਮਨੀਸ਼ਾ ਗੁਲਾਟੀ ਜੀ ਵੀ ਚੁੱਪ ਕਰ ਗਏ, ਉਦੋਂ ਤਾਰੀਫਾਂ ਦੇ ਫੁੱਲ ਪੈਣ ਲੱਗ ਪਏ। ਕਾਂਗਰਸ ਦਾ ਇੱਕ ਪੁਰਾਣਾ ਸਿਸਟਮ ਰਿਹਾ ਕਿ ਆਪਣੀ ਚੀਜ਼ ਤੇ ਪਰਦਾ ਪਾਉਂਦੇ, ਤੇ ਆਮ ਆਦਮੀ ਪਾਰਟੀ ਵਾਲੇ ਦੁੱਧ ਧੋਤੇ ਨਹੀਂ ਹੋਏ। ਆਮ ਆਦਮੀ ਪਾਰਟੀ ਵਾਲੇ ਸਭ ਨਾਲ ਵੱਧ ਕ੍ਰਿਮੀਨਲ ਜਿੰਨੀਆਂ ਸੀਟਾਂ ਦਿੱਤੀਆਂ ਨਾ ਬਾਹਰੋਂ ਲਿਆ ਕੇ ਦਿੱਤੀਆਂ, ਉਹਦੇ ਵਿੱਚ ਤਕਰੀਬਨ ਜਿਹੜੇ 90% ਕ੍ਰਿਮੀਨਲ ਹੀ ਹੈ। ਚੈੱਕ ਕਰ ਲੈਣਾ, ਮੈਂ ਆਮ ਆਦਮੀ ਪਾਰਟੀ ਦੇ ਵੀਰਾਂ ਨੂੰ ਬੇਨਤੀ ਕਰਾਂਗਾ ਜਰੂਰ ਇੱਕ ਵਾਰੀ ਲਿਸਟ ਜਰੂਰ ਚੈੱਕ ਕਰੋ, ਫਿਰ ਗੱਲ ਕਰਨਾ, ਜਵਾਬ ਦੇਣ। ਠੀਕ ਹੈ ਗੋਸ਼ਾ ਜੀ, ਮੇਰਾ ਇੱਕ ਸਵਾਲ ਤੁਹਾਨੂੰ ਜ਼ਰੂਰ ਹੈ। ਤੁਸੀਂ ਕਿਹਾ ਕਿ ਬੀਜੇਪੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ ਤੇ ਕ੍ਰਿਮੀਨਲ ਐਕਟੀਵਿਟੀਜ਼ ਤੋਂ ਮੁਕਤ ਕਰਨਾ ਚਾਹੁੰਦੀ ਹੈ। ਮੇਰੇ 2 ਸਵਾਲ ਨੇ। ਉੱਤਰ ਪ੍ਰਦੇਸ਼ NCRB ਰਿਪੋਰਟ ਦੇ ਹਿਸਾਬ ਨਾਲ ਸਭ ਤੋਂ ਵੱਧ ਕ੍ਰਾਈਮ ਉੱਥੇ ਹੁੰਦਾ ਹੈ, ਉੱਥੇ ਬੀਜੇਪੀ ਕਿਉਂ ਨਹੀਂ ਕਰ ਪਾਈ? ਦੂਸਰਾ, ਗੁਜਰਾਤ ਵੀ ਇੱਕ ਪੋਰਟ ਸਿਟੀ ਹੈ, ਉੱਥੇ ਅਡਾਨੀ ਪੋਰਟ ਤੇ ਕਿੰਨੀ ਵੱਡੀ ਰਿਕਵਰੀ ਹੋਈ ਸੀ ਤੁਸੀਂ ਜਾਣਦੇ ਹੋ। ਸੋ ਡਰੱਗਸ ਦਾ ਇਸ਼ੂ ਤਾਂ ਉੱਥੇ ਵੀ ਬਹੁਤ ਹੈ। 2 ਸਟੇਟਸ ਜਿੱਥੇ ਬੀਜੇਪੀ ਬਹੁਤ ਸਾਲਾਂ ਤੋਂ, ਉੱਥੇ ਤਾਂ ਹੱਲ ਕਰ ਨਹੀਂ ਸਕੇ, ਪੰਜਾਬ 'ਚ ਕੀ ਗਾਰੰਟੀ ਹੈ ਤੁਸੀਂ ਹੱਲ ਕਰ ਪਾਓਗੇ? ਤੁਸੀਂ ਯੂਪੀ ਦੇ ਵਿੱਚ ਦੇਖ ਸਕਦੇ ਹੋ ਪਹਿਲਾਂ ਕਿੰਨੀ ਬਦਮਾਸ਼ੀ ਹੁੰਦੀ ਸੀ, ਕਿੰਨੇ ਕੇਸ ਰਜਿਸਟਰ ਹੁੰਦੇ ਸੀ। ਜਦੋਂ ਦੇ ਆਦਿੱਤਿਆਨਾਥ ਯੋਗੀ ਜੀ CM ਬਣਿਆ ਉਸ ਤੋਂ ਬਾਅਦ ਬਹੁਤ ਲਗਾਮ ਪਾਈ ਗਈ ਹੈ ਯੂਪੀ ਦੇ ਵਿੱਚ। ਗੁਜਰਾਤ ਦੇ ਵਿੱਚ ਵੀ ਅੱਜ ਵਪਾਰ ਕਿਉਂ ਚੜ੍ਹਦੀ ਕਲਾ ਤੇ ਜਾ ਰਿਹਾ, ਚੰਗੇ ਸਥਿਤੀ 'ਚ ਕਿਉਂ ਜਾ ਰਿਹਾ, ਉਹਦੀ ਇਕਨੋਮੀ ਸਾਡੇ ਪੰਜਾਬ ਨਾਲ ਅੱਪ ਕਿਉਂ ਹੈ, ਯੂਪੀ ਦੀ ਅੱਪ ਕਿਉਂ? ਉਹਦਾ ਕਾਰਨ ਹੈ ਗੁੱਡ ਗਵਰਨੈਂਸ। ਟਾਈਮ ਲੱਗਦਾ ਹਰ ਚੀਜ਼ ਨੂੰ ਅਸੀਂ ਬੜੇ ਤਰੀਕੇ ਨਾਲ ਅਸੀਂ ਸਾਫ਼ ਕੀਤਾ ਜਾ ਰਿਹਾ। ਕੋਈ ਵੀ ਚਾਹੇ ਉਹਦੇ ਵਿੱਚ ਕੋਈ ਵੀ ਕੰਪਨੀ ਵਾਲਾ ਵੱਡਾ ਬੰਦਾ ਨਾਮ ਕਿਉਂ ਨਾ ਹੋਵੇ, ਜਿਹੜਾ ਦੋਸ਼ੀ ਪਾਇਆ ਜਾਊਗਾ ਤਾਂ ਬਾਰ-ਬਾਰ ਕਹਿੰਦੇ ਉਹ ਛੱਡਿਆ ਨਹੀਂ ਜਾਊਗਾ। ਪਰ ਮੈਂ ਬਾਰ-ਬਾਰ ਬੇਨਤੀ ਕਰਦਾ, ਅੱਜ ਪੰਜਾਬ ਨੂੰ ਜ਼ਰੂਰਤ ਹੈ, ਪੰਜਾਬ ਦੀ ਇਕਨੋਮੀ, ਮੈਂ ਇੱਕ ਗੱਲ ਸੁਣ ਲਓ, ਪੰਜਾਬ ਦੀ ਇਕਨੋਮੀ ਅੱਜ ਇੰਡੀਆ ਦੀ ਇਕਨੋਮੀ ਆਫਟਰ ਲੋਕਡਾਊਨ 8.6 ਅਪ ਚੱਲ ਰਹੀ ਹੈ ਤੇ ਪੰਜਾਬ ਦੀ ਇਕਨੋਮੀ 2.4 ਮਾਈਨਸ ਚੱਲ ਰਹੀ ਹੈ। ਤੇ ਇਹ ਪੰਜਾਬ ਦੇ ਲੀਡਰਾਂ ਦਾ ਕੰਮ ਹੈ। ਪੰਜਾਬ 'ਚ ਜਿਹੜੀ ਕ੍ਰਿਮੀਨਲ ਐਕਟੀਵਿਟੀ ਵੱਧ ਰਹੀ ਉਹ ਹੈ ਆਪ ਵਾਲਿਆਂ ਨੇ ਤਾਂ ਆਪਣੀਆਂ ਚੀਜ਼ਾਂ ਦੱਸਦੀ 1000 ਰੁਪਏ ਦੀ। ਇਹ ਡਿਬੇਟ 1000 ਰੁਪਏ 2000 ਵਾਲੇ ਨਹੀਂ ਹੈਗੀ, ਉਹ ਵੀ ਡਿਬੇਟਾਂ ਹੋਣਗੀਆਂ, ਪਰ ਇੱਥੇ ਇਕੱਲੀ ਕ੍ਰਿਮੀਨਲ ਦੀ ਡਿਬੇਟ ਕੀਤੀ ਜਾ ਰਹੀ ਹੈ। ਇਹਨਾਂ ਦੇ ਕੋਲ ਵੱਧ ਕ੍ਰਿਮੀਨਲ ਦੇ ਬੰਦੇ ਆ ਤੇ ਕਾਂਗਰਸ ਵਾਲੇ ਘੱਟ ਨੇ ਕਿ ਉਸ ਤੋਂ ਵੱਧ ਹੀ ਚੱਲ ਰਹੇ ਆ ਕਾਂਗਰਸ ਵਾਲੇ। ਤੇ ਗੁਰਦੀਪ ਰਾਣੋ ਨੇ ਇੱਕ ਗੱਲ ਤੁਸੀਂ ਇਹੀ ਕਹਿ ਰਹੇ ਹੋ। ਠੀਕ ਹੈ ਮੈਂ ਕਹਿੰਦਾ ਜੀ ਗੁਰਪ੍ਰੀਤ ਜੀ, ਗੁਰਦੀਪ ਰਾਣੋ ਨੂੰ ਪਾਇਲਟ ਜਿਪਸੀ ਦੇ ਰੱਖੀ ਇਹਨਾਂ ਦੀ ਸਰਕਾਰ ਨੇ। ਠੀਕ ਹੈ, ਗੁਰਦੀਪ ਰਾਣੋ ਦਾ ਇਹ ਨਾਮ ਲੈ ਰਹੇ ਨੇ। ਹੁਣ ਇਹ ਜਸਟੀਫਾਈ ਕਰਨਾ ਵੀ ਸਮਗਲਰ ਇਹਨਾਂ ਦੇ ਅੰਦਰ ਕੀ ਕਰਦੇ ਪਏ। ਠੀਕ ਹੈ, ਤੁਸੀਂ ਖੁਲਾਸਾ ਤੇ ਕਰਤਾ ਜਿਹੜੇ ਬੰਦੇ ਦਾ ਨਾਮ ਲੈ ਕੇ, ਪਰ ਉਹ ਬੰਦਾ ਹੀ ਤੁਹਾਡਾ ਹੈ, ਤੁਸੀਂ ਖੁਲਾਸਾ ਕੀ ਕਰਨਾ ਹੈ? ਠੀਕ ਹੈ ਲਾਲੀ ਸਾਹਿਬ, ਇੱਕ ਤੁਹਾਡੇ ਤੋਂ ਲੈਣਾ ਚਾਹੁੰਦਾ ਕਿ ਹੁਣ ਇਹ ਸਾਰੀ ਪਾਰਟੀਆਂ ਪੁਰਾਣੀਆਂ ਨੇ, ਰਿਵਾਇਤੀ ਪਾਰਟੀਆਂ, ਆਪਾਂ ਆਮ ਆਦਮੀ ਪਾਰਟੀ ਨੂੰ ਵਿੱਚ ਪਾ ਲੈਂਦੇ ਹਾਂ, ਥੋੜੀ ਜਿਹੀ ਹਿਸਟਰੀ ਬਣ ਗਈ ਹੈ, ਸਾਰਿਆਂ 'ਚ ਹੀ ਇਸ ਤਰ੍ਹਾਂ ਦੇ ਬੰਦੇ ਨੇ। ਚਲੋ ਮੰਨ ਲਈਏ SSM ਪਾਵਰ 'ਚ ਆਉਂਦੀ ਹੈ, ਆ ਜਿਹੜੇ ਇੰਨੇ ਵੱਡੇ ਮੁੱਦੇ ਨੇ, ਇੰਨੇ ਕ੍ਰਿਮੀਨਲ ਕੇਸਿਸ ਤੇ ਇੰਨਾ ਡਰੱਗਸ ਦਾ ਇਸ਼ੂ, SSM ਕੋਲ ਕੋਈ ਕਲੀਅਰ ਪਲਾਨ ਹੈ? ਜੇ ਆ ਕਹਿ ਦੇਣ ਵੀ ਅਸੀਂ ਤਾਂ ਪਹਿਲੀ ਵਾਰ ਆਣਾ, ਸਾਨੂੰ ਮੌਕਾ ਦਿਓ, ਪਰ ਕੀ ਕਰੋਗੇ ਮੌਕਾ ਲੈ ਕੇ? ਨਹੀਂ, ਬਿਲਕੁਲ ਅਸੀਂ ਪਰ ਇਸ ਪ੍ਰਕਾਰ ਦਾ ਕੋਈ ਵਾਅਦਾ ਨਹੀਂ ਕਰਦੇ ਜਿਵੇਂ ਆਮ ਆਦਮੀ ਪਾਰਟੀ ਨੇ ਕੀਤਾ ਵੀ ਅਸੀਂ ਗਰੰਟੀਆਂ ਦਿੰਦੇ ਫਿਰਦੇ ਹਾਂ। ਅਸੀਂ ਪੰਜਾਬ ਦੇ ਵਿਕਾਸ ਲਈ, ਪੰਜਾਬ ਦੇ ਭਲੇ ਲਈ, ਤੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਬੰਦੇ ਆ, ਜਿਹੜੇ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣਗੇ, ਉਹਨੂੰ ਬਾਹਰ ਦਾ ਰਸਤਾ ਦਿਖਾਵਾਂਗੇ। ਇਹ ਪਹਿਲ SSM ਨੇ ਕੀਤੀ ਆ। ਦੇਖੋ ਸਾਡੇ 2 ਕੈਂਡੀਡੇਟ, ਇੱਕ ਰਾਜਪੁਰੇ ਤੋਂ
ਤੇ ਇੱਕ ਕਾਦੀਆਂ ਤੋਂ ਉਹਨਾਂ ਦੇ ਖਿਲਾਫ ਪਬਲਿਕ ਓਪੀਨੀਅਨ ਆਇਆ ਵੀ ਇਹ ਲੋਕਾਂ ਦੇ ਵਿੱਚ ਇਹਨਾਂ ਦੀ ਛਵੀ ਚੰਗੀ ਨਹੀਂ, ਲੋਕਾਂ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਜਿਹੜੇ ਇਹਨਾਂ ਦੇ ਕੰਮ ਚੰਗੇ ਨਹੀਂ ਉਹ ਅਸੀਂ ਵਾਪਸ ਲੈ ਲਈਆਂ ਟਿਕਟਾਂ। ਉੱਥੇ ਵੀ ਅਸੀਂ ਪੁਨਰ ਮੰਥਨ ਕੀਤਾ ਤੇ ਅਸੀਂ ਮੰਥਨ ਕਰ ਰਹੇ ਹਾਂ, ਸਾਰਾ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਜਾਏਗਾ। ਤੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜੇ ਕੋਈ ਡੈਮੋਕ੍ਰੇਸੀ ਹੈਗੀ ਆ ਤਾਂ ਐਸਐਸਐਮ ਦੇ ਵਿੱਚ ਹੈਗੀ ਆ। ਤੁਸੀਂ ਅਥਾਰਟੀਜ਼ ਨੂੰ ਚੈਲੰਜ ਕਰ ਸਕਦੇ ਹੋ, ਤੁਸੀਂ ਸਾਡੀ ਟੀਮ ਨੂੰ ਚੈਲੰਜ ਕਰ ਸਕਦੇ ਹੋ, ਬਾਕੀ ਕਿਤੇ ਵੀ ਇਸ ਪ੍ਰਕਾਰ ਦੀ ਆਜ਼ਾਦੀ ਨਹੀਂ, ਕਿਉਂਕਿ ਇਹਨਾਂ ਦੀ ਇੰਟੈਂਸ਼ਨ ਜਿਹੜੀ ਇੱਕ ਮੈਂ ਸਮਝਦਾ ਲੀਗਲ ਵਰਡ ਅਰਸ਼ਪ੍ਰੀਤ ਜੀ ਜਾਣਦੇ ਨੇ, ਇੱਕ ਬੋਨਾਫਾਈਡ ਹੁੰਦੀ ਹੈ, ਇੱਕ ਮੈਲਾਫਾਈਡ ਹੁੰਦੀ ਆ। ਤੇ ਹੁਣ ਇਹ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਹਮਾਮ ਦੇ ਵਿੱਚ ਸਾਰੀਆਂ ਨੰਗੀਆਂ ਨੇ, ਸਾਰੇ ਇਨਵੋਲਵ ਨੇ। ਇੱਥੇ ਇੰਨੀ ਇੱਛਾ ਸ਼ਕਤੀ ਜਾਂ ਇਹਨਾਂ 'ਚ ਮਾਦਾ ਨਹੀਂ ਵੀ ਉਹ ਕ੍ਰਿਮੀਨਲ ਬੰਦਿਆਂ ਨੂੰ ਬਾਹਰ ਦਾ ਰਸਤਾ, ਕਿਉਂਕਿ ਲਖੀਮਪੁਰ ਖੀਰੀ ਵਾਲੀ ਘਟਨਾ ਦੇ ਪਿੱਛੇ ਆਪਾਂ ਹੁਣ ਮੈਂ ਦੁਬਾਰਾ ਡਿਸਕਸ ਨਹੀਂ ਕਰਨਾ ਚਾਹੁੰਦਾ ਉਸ ਗੱਲ ਨੂੰ, ਜੋ ਕੁਛ ਵਾਪਰਿਆ, ਜਿਸ ਪ੍ਰਕਾਰ ਦੀਆਂ ਅਜੇ ਗ੍ਰਿਫਤਾਰੀਆਂ ਪੈਂਡਿੰਗ ਨੇ, ਉਹ ਸਾਰਾ ਕੁਝ ਦੱਸ ਰਹੇ ਨੇ ਵੀ ਕਿਹੜੀ ਪਾਰਟੀ ਕਿੱਥੇ ਖੜੀ ਆ। ਠੀਕ ਹੈ, ਚਲੋ ਆਪਾਂ ਹੁਣ ਕਿਉਂਕਿ ਬਾਰ-ਬਾਰ ਇਹੀ ਗੱਲਾਂ ਘੁੰਮ ਫਿਰ ਕੇ ਆ ਰਹੀ ਨੇ, ਆਪਾਂ ਕਲੋਜ਼ਿੰਗ ਕਮੈਂਟਸ ਲੈਂਦੇ ਹਾਂ। ਹਰਸ਼ਪ੍ਰੀਤ ਨਾਲ ਸ਼ੁਰੂ ਕਰਦੇ ਹਾਂ, ਤੁਹਾਡੇ ਤੇ ਨੈਕਸਟ ਆ ਜਾਣਾ ਮੈਂ ਯਾਦਵਿੰਦਰ ਜੀ। ਪਹਿਲਾਂ ਹਰਸ਼ਪ੍ਰੀਤ ਯੋਰ ਕਲੋਜ਼ਿੰਗ ਕਮੈਂਟਸ। ਹਰਸ਼ਪ੍ਰੀਤ ਆਵਾਜ਼ ਸੁਣ ਪਾ ਰਹੇ ਹੋ ਮੇਰੀ? ਠੀਕ ਹੈ, ਯਾਦਵਿੰਦਰ ਜੀ ਤੁਹਾਡੇ ਕੋਲ ਆਣਾ ਪਹਿਲਾਂ, ਕੀ ਕਹਿਣਾ ਚਾਹੁੰਦੇ ਹੋ ਤੇ ਤੁਹਾਡੇ ਕਲੋਜ਼ਿੰਗ ਕਮੈਂਟਸ। ਹਰਸ਼ਪ੍ਰੀਤ ਦੁਬਾਰਾ ਆਣਾ ਤੁਹਾਡੇ ਕੋਲ। ਦੇਖੋ ਮੇਰੀਆਂ ਦੋ ਗੱਲਾਂ ਤੁਸੀਂ ਆਵਾਂਗੇ ਔਰ ਕ੍ਰਾਈਮ ਕਿ ਉਹ ਹਾਈਐਸਟ ਨੰਬਰ ਆਫ ਦਾ ਕ੍ਰਾਈਮ ਅਗੇਂਸਟ ਸਟੇਟ ਇਹਦੇ ਵਿੱਚ ਸਭ ਤੋਂ ਵੱਧ ਮਰਡਰ ਦੇ ਕੇਸ ਹੈ। ਦੂਸਰੀ ਗੱਲ ਮੈਂ ਛੋਟੀ ਜੀ ਕਰਨਾ ਚਾਹੂੰਗਾ ਕਿ ਉਹ ਦੋ ਪਾਰਟੀਆਂ ਜਗ੍ਹਾ ਦੇ ਉੱਤੇ ਸਿਰਫ ਕ੍ਰਾਈਮ ਕੀਤਾ, ਉਹ ਰੇਪ ਹੋਵੇ ਭਾਵੇਂ ਮਰਡਰ ਹੋਵੇ, ਜਿਹੜਾ ਇਹਨਾਂ ਨੇ ਲੋਕਾਂ ਦੇ ਉੱਤੇ ਹੱਕਾਂ ਤੇ ਡਾਕੇ ਮਾਰੇ ਨੇ, ਮੈਂ ਵੀ ਉਹਨੂੰ ਇੱਕ ਕ੍ਰਾਈਮ ਮੰਨਦਾ ਆ। ਚਾਹੇ ਉਹ ਰੇਤ ਮਾਫੀਆ ਹੋਵੇ, ਚਾਹੇ ਉਹ ਕੇਬਲ ਮਾਫੀਆ ਹੋਵੇ, ਚਾਹੇ ਉਹ ਟਰਾਂਸਪੋਰਟ ਮਾਫੀਆ ਹੋਵੇ, ਇਹ ਅਜਿਹਾ ਮਾਫੀਆ ਹੈ ਜਿਹਨੇ ਪੰਜਾਬ ਦੀ ਜਵਾਨੀ ਨੂੰ ਘੋਲ ਅੰਧੇਰੇ ਵਿੱਚ ਸੁੱਟਿਆ ਆ, ਇੱਕ ਅਜਿਹੇ ਹਨੇਰੇ 'ਚ ਸੁੱਟਿਆ ਜਿੱਥੋਂ ਨਿਕਲਣ ਦੀ ਕੋਈ ਉਮੀਦ ਨਹੀਂ ਦਿਸ ਰਹੀ ਸੀ, ਪਰ ਆਮ ਆਦਮੀ ਜੀ ਟੈਕਨੀਕਲ ਇਸ਼ੂ ਕਰਕੇ। ਹਰਸ਼ਪ੍ਰੀਤ ਜੇ ਆਵਾਜ਼ ਆ ਰਹੀ ਹੈ ਮੇਰੀ ਤਾਂ ਯੋਰ ਕਲੋਜ਼ਿੰਗ ਕਮੈਂਟਸ। ਹਾਂ ਆ ਰਹੀ ਹੈ, ਆਵਾਜ਼ ਆ ਰਹੀ ਹੈ ਜੀ ਹਰਸ਼ਪ੍ਰੀਤ ਜੀ ਯੋਰ ਕਲੋਜ਼ਿੰਗ ਕਮੈਂਟਸ। ਨੰਬਰ 1 ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਜਿਹੜੇ ਰਿਮੇਨਿੰਗ ਪਾਰਟੀਆਂ ਆ, ਇਹਨਾਂ ਕੋਲੇ ਹੁਣ ਮੁੱਦੇ ਖਤਮ ਹੋ ਗਏ, ਤਾਂ ਕਰਕੇ ਮਡ ਸਲਿੰਗਿੰਗ ਕਰਨ ਦੀ ਕੋਸ਼ਿਸ਼ ਕਰਦੀਆਂ। ਫੈਕਟ ਇਹ ਹੈ ਕਿ ਪੰਜਾਬ ਦੇ ਵਿੱਚ ਕੰਮ ਹੋਇਆ ਤੇ ਕੰਮ ਦੇ ਬੇਸਿਸ ਤੇ ਕਾਂਗਰਸ ਪਾਰਟੀ ਵਿਲ ਵਿਨ ਵਿਦ ਅ ਥੰਪਿੰਗ ਮੈਜੋਰਿਟੀ। ਤੇ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੈ, ਡਾਇਨਾਸੌਰਸ ਵਾਪਸ ਆ ਸਕਦੇ, ਸ਼੍ਰੋਮਣੀ ਅਕਾਲੀ ਦਲ ਵਾਪਸ ਨਹੀਂ ਆ ਰਿਹਾ। ਜੀ ਗੋਸ਼ਾ ਜੀ ਯੋਰ ਕਲੋਜ਼ਿੰਗ ਕਮੈਂਟਸ। ਦੇਖੋ ਮੈਂ ਇਹ ਗੱਲ ਕਹਿਣਾ ਚਾਹੁੰਦਾ, ਜਿਸ ਹਿਸਾਬ ਨਾਲ ਕਾਂਗਰਸ ਨੇ 5 ਸਾਲ ਪੰਜਾਬ ਦੇ ਖਰਾਬ ਕੀਤੇ ਆ, ਨਸ਼ੇ ਨੂੰ ਬੜਾਵਾ ਦਿੱਤਾ ਆ, ਹੋਰ ਵੀ ਐਕਟੀਵਿਟੀ ਹੈ ਜਿਹੜੀ ਕ੍ਰਿਮੀਨਲ ਐਕਟੀਵਿਟੀ ਨੂੰ ਬਹੁਤ ਜ਼ਿਆਦਾ ਬੜਾਵਾ ਦਿੱਤਾ ਆ, ਪੰਜਾਬ ਨੂੰ ਖੱਡੇ 'ਚ ਸਿੱਟਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਪੰਜਾਬ ਦੇ ਵਿੱਚ ਕਾਂਗਰਸ ਨਾਮ ਦਾ ਕੋਈ ਨਿਸ਼ਾਨੀ ਨਹੀਂ ਰਹੀ। ਲੋਕ ਅੱਜ ਜਾਗ ਚੁੱਕੇ ਆ। ਜਿੱਦਾਂ ਪਹਿਲਾਂ ਕਾਂਗਰਸ ਨੇ ਕੀ ਕੀਤਾ, ਬਾਅਦ ਚੋਂ ਚੰਨੀ ਸਾਹਿਬ, ਨਵਜੋਤ ਸਿੰਘ ਸਿੱਧੂ ਸਿਰਫ ਐਲਾਨ ਕਰਦੇ ਦਿਖੇ ਗਏ, ਕਿਉਂਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਆਪਣੀ ਸਰਕਾਰ ਦੇ ਵਿੱਚ ਰਹਿ ਕੇ ਐਲਾਨ ਕਰੀ ਜਾਂਦੇ ਆ। ਤੇ ਅੱਜ ਲੋਕ ਜਾਣ ਚੁੱਕੇ, ਅੱਜ ਭਾਰਤੀ ਜਨਤਾ ਪਾਰਟੀ ਜਿਹੜੇ ਗੁੱਡ ਗਵਰਨੈਂਸ ਦੇ ਸਕਦੀ ਹੈ। ਚੈਲੰਜ ਕਿੰਨੇ ਆ, ਕਿਉਂਕਿ ਨੌਕਰੀਆਂ ਦੇਣਾ ਬੜੀ ਵੱਡੀ ਚੈਲੰਜ ਹੈ। ਅਸੀਂ ਨੌਕਰੀਆਂ ਦੇਣੀਆਂ, ਪੰਜਾਬ ਦੇ ਨੌਜਵਾਨਾਂ ਨੂੰ ਰੋਕਣਾ ਪੰਜਾਬ ਦੇ ਵਿੱਚ, ਕਿਉਂਕਿ ਆਇਲਸ ਕਰਕੇ ਬਾਹਰ ਜਾ ਰਿਹਾ, ਇਹ ਬੜੀਆਂ ਚੈਲੰਜ ਹੈ। ਤੇ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਗੁੱਡ ਗਵਰਨੈਂਸ ਦੇਗੀ, ਬਗੈਰ ਕ੍ਰਿਮੀਨਲ ਦੇ ਲੋਕ ਅੱਗੇ ਲੈ ਕੇ, ਜਿਹੜੇ ਸਮਾਜ ਸੇਵਾ ਕਰਦੇ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ, ਤਾਂ ਜੋ ਪੰਜਾਬ ਤਰੱਕੀ ਦੇ ਰਾਹ ਤੇ ਜਾ ਸਕੇ। ਠੀਕ ਹੈ, ਗੁਰਪ੍ਰੀਤ ਸਿੰਘ ਜੀ ਆਖਰੀ ਗੱਲ ਕੀ ਕਹਿਣਾ ਚਾਹੋਗੇ? ਮੈਂ ਪੰਜਾਬ ਟੁਡੇ ਦੇ ਰਾਹੀਂ ਸਾਰੇ ਦਰਸ਼ਕਾਂ ਨੂੰ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਡਿਵੈਲਪਮੈਂਟ ਤੁਸੀਂ ਖੁਦ ਦੇਖੀ ਹੈ, ਵਿਕਾਸ ਤੁਸੀਂ ਖੁਦ ਦੇਖਿਆ, ਕਿਹੜੇ ਸਰਕਾਰ 'ਚ ਕਿਹੜੀ ਗਵਰਨੈਂਸ ਦੇ ਵਿੱਚ ਕਿਹਨੇ ਕਿੰਨੀਆਂ ਸਕੀਮਸ ਲੈ ਕੇ ਆਈਆਂ ਨੇ। ਚੰਨੀ ਸਾਹਿਬ ਦੇ ਐਲਾਨਾਂ ਦੀਆਂ ਪੋਲਾਂ ਖੁਦ ਨਵਜੋਤ ਸਿੰਘ ਸਿੱਧੂ ਹੀ ਖੋਲ ਚੁੱਕੇ ਨੇ, ਚਾਹੇ ਉਹ ਸਸਤੇ ਰੇਤਾ ਦੀ ਗੱਲ ਹੋਵੇ, ਚਾਹੇ ਉਹ ਬਿਜਲੀ ਦੀ ਗੱਲ ਹੋਵੇ, ਚਾਹੇ ਉਹ ਕੁਝ ਵੀ ਹੋਵੇ। ਸੋ ਲੋਕ ਬਹੁਤ ਸਿਆਣੇ ਨੇ, ਲੋਕ ਜਾਣਦੇ ਨੇ ਕਿ ਕਿਹੜੀ ਸਰਕਾਰ ਵੱਧ ਆਪਣਾ ਵਿਕਾਸ ਕਰਕੇ ਗਈ ਹੈ। ਸੋ ਇਹ ਵੀ ਲੋਕ, ਸਾਨੂੰ ਪੂਰਾ ਯਕੀਨ ਹੈ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਮੋਹਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਜਾਣ ਦੀ ਵਚਨਬੱਧ। ਠੀਕ ਹੈ, ਲਾਲੀ ਜੀ ਆਖਰੀ ਗੱਲ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ? ਮੈਂ ਤਾਂ ਆਖਰੀ ਗੱਲ ਇਹੀ ਕਹਿਣਾ ਚਾਹੁੰਦਾ ਪੰਜਾਬ ਟੂਡੇ ਦੇ ਮਾਧਿਅਮ ਦੇ ਰਾਹੀਂ ਵੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਇਸ ਗੱਲ ਦਾ ਚੰਗੀ ਤਰ੍ਹਾਂ ਇਲਮ ਆ ਵੀ ਕਿਹੜੀ ਪਾਰਟੀ ਨੇ ਕਿੱਦਾਂ ਦਾ ਰਵੱਈਆ ਕੀਤਾ, ਕਿਉਂਕਿ ਅਸੀਂ ਸਵਾ ਸਾਲ ਦਿੱਲੀ ਦੇ ਬਾਰਡਰਾਂ ਦੇ ਉੱਤੇ ਰਹੇ ਹਾਂ ਤੇ ਸਾਨੂੰ ਸਾਰਿਆਂ ਦਾ ਪਤਾ ਵੀ ਇਹਨਾਂ ਨੇ ਸਾਡੇ ਨਾਲ ਕੀ ਕੀ ਘਟਨਾਵਾਂ ਵਾਪਰੀਆਂ, ਕੀ ਕੀ ਸਾਡੇ ਨਾਲ ਹੋਇਆ, ਕਿਸ ਤਰ੍ਹਾਂ ਅਸੀਂ ਬੇਪਤ ਹੋਏ ਹਾਂ। ਤੇ ਉਹ ਤਾਂ ਪਰਮਾਤਮਾ ਦੀ ਮਿਹਰ ਹੋ ਗਈ, ਪੰਜਾਬ ਦੇ ਲੋਕਾਂ ਦਾ ਜੋਸ਼ ਸੀ ਵੀ ਅਸੀਂ ਉਹ ਕਾਨੂੰਨ ਵਾਪਸ ਕਰਾਉਣ ਦੇ ਵਿੱਚ ਜਿਹੜਾ ਸਫਲ ਹੋਏ ਹਾਂ, ਨਹੀਂ ਸਾਡੇ ਨਾਲ ਕਸਰ ਕਿਸੇ ਨੇ ਨਹੀਂ ਛੱਡੀ। ਇਸ ਕਰਕੇ ਇਹ ਲੋਕ ਦੱਸਣਗੇ
ਕਿਉਂਕਿ ਜਿਨ੍ਹਾਂ ਦੇ ਸਰੀਰ ਦੇ ਉੱਤੇ ਪਿੰਡੇ ਦੇ ਉੱਤੇ ਬੀਤੀਆਂ 750 ਬੰਦਾ ਕੁਰਬਾਨੀ ਦੇ ਗਿਆ, ਇਹ ਲੋਕ ਵੀ ਇਹਨਾਂ ਪਾਰਟੀਆਂ ਦੇ ਅਸਲ ਚਿਹਰੇ ਕੀ ਨੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਮੇਰੇ ਨਾਲ ਜੁੜਨ ਲਈ। ਮੈਂ ਜਿਹੜੀ ਗੱਲ ਤੋਂ ਸ਼ੁਰੂ ਕੀਤਾ ਸੀ ਇਹ ਡਿਬੇਟ ਉੱਥੇ ਹੀ ਮੁਕਾ ਰਿਹਾ। ਕੋਈ ਵੀ ਪਾਰਟੀ ਇੱਕ ਵੀ ਮੋਰਲ ਗਰਾਊਂਡ ਨਹੀਂ ਲੈ ਸਕਦੀ ਹੈ। ਸਾਰਿਆਂ 'ਚ ਐਕਿਊਜ਼ਡ ਵੀ ਬੈਠੇ ਨੇ, ਕਨਵਿਕਟਸ ਵੀ ਬੈਠੇ ਨੇ, ਪਰ ਬਾਰ-ਬਾਰ ਸਾਰਿਆਂ ਦਾ ਜਵਾਬ ਇਹੀ ਹੈ ਕਿ ਸਾਡੇ ਜਿਹੜੇ ਬੰਦੇ ਨੇ ਉਹਨਾਂ ਨੂੰ ਜਾਂ ਗਲਤ ਫਸਾਇਆ ਗਿਆ ਜਾਂ ਉਹ ਸਿਰਫ ਐਕਿਊਜ਼ ਨੇ। ਜੇ ਕੋਰਟ ਉਹਨਾਂ ਤੇ ਕੋਈ ਇਲਜ਼ਾਮ ਲਾਉਂਦੀ ਹੈ, ਸਾਬਿਤ ਕਰਦੀ ਹੈ, ਉਹਨੂੰ ਸਜ਼ਾ ਹੁੰਦੀ ਹੈ, ਤਾਂ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ। ਸਾਰਿਆਂ ਦਾ ਉਹੀ ਜਵਾਬ ਹੈ। ਲੇਕਿਨ ਦੂਜੇ ਪਾਰਟੀ ਵੱਲ ਜਦੋਂ ਇਲਜ਼ਾਮ ਸੁੱਟਣੇ ਹੁੰਦੇ ਆ ਤਦੋਂ ਸ਼ਾਇਦ ਇਹ ਸੇਮ ਲੌਜਿਕ ਅਪਲਾਈ ਨਹੀਂ ਕਰਦੀਆਂ। ਸੋ ਇਸ ਵਾਰ ਪੰਜਾਬ ਉਸ ਕੈਂਡੀਡੇਟ ਨੂੰ ਦੇਖ ਕੇ ਵੋਟ ਪਾਉਂਦਾ ਉਹਦੇ ਕ੍ਰਿਮੀਨਲ ਬੈਕਗਰਾਊਂਡ ਨੂੰ ਜਾਂ ਨਹੀਂ, ਜਿਵੇਂ ਕਿ ਇਹਨੇ ਕਿਹਾ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਉਹ ਅਪਲਾਈ ਹੁੰਦਾ ਹੈ। ਇਹ ਦੇਖਣਾ ਇੰਟਰਸਟਿੰਗ ਰਹੇਗਾ ਤੇ ਕਦ ਤੱਕ ਇਹੋ ਜਿਹੇ ਕੈਂਡੀਡੇਟਸ ਫੀਲਡ ਹੁੰਦੇ ਰਹਿਣਗੇ ਜਾਂ ਜਿੱਤਦੇ ਰਹਿਣਗੇ, ਇਹ ਵੀ ਇਸ ਵਾਰ ਸ਼ਾਇਦ ਕੁਝ ਦਿਨਾਂ 'ਚ ਹੀ, ਕੁਝ ਮਹੀਨਿਆਂ 'ਚ ਹੀ ਪਤਾ ਲੱਗ ਜਾਏਗਾ। ਤੁਸੀਂ ਜੁੜੇ ਰਹੋ ਪੰਜਾਬ ਟੁਡੇ ਨਾਲ, ਕਿਉਂਕਿ ਇਸ ਤਰ੍ਹਾਂ ਦੇ ਡਿਬੇਟਸ, ਇਸ ਤਰ੍ਹਾਂ ਦੇ ਇੰਪੋਰਟੈਂਟ ਮੁੱਦਿਆਂ ਤੇ ਅਸੀਂ ਲੈ ਕੇ ਤੁਹਾਡੇ ਨਾਲ ਜੁੜਦੇ ਰਵਾਂਗੇ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।